ਧੰਨ ਗੁਰੂ ਨਾਨਕ ਵਾਹਿਗੁਰੂ। ਗੁਰ ਬਿਨ ਘੋਰ ਆਧਾਰ, ਗੁਰੂ ਬਿਨ ਸਮਝ ਨ ਆਵੈ। ਗੁਰ ਬਿਨ ਸੁਰਤ ਨ ਸਿਧ, ਗੁਰੂ ਬਿਨ ਮੁਕਤ ਨ ਪਾਵੈ। ਗੁਰ ਕਰ ਰੇ ਗੁਰ ਕਰ ਸੱਚ ਵਿਚਾਰ, ਗੁਰੂ ਕਰ ਮਨ ਮੇਰੇ ਹੈ। ਗੁਰ ਕਰ ਸ਼ਬਦ ਸੁਪਨ, ਅਗਨ ਕਟੇ ਸਭ ਤੇਰੇ। ਗੁਰ ਨੈਣ ਬੈਣ ਗੁਰ, ਗੁਰ ਕਰੋ ਗੁਰੂ ਗੁਰ ਕਰੋ। ਗੁਰੂ ਸਤ ਕਬ ਨਲ ਕਹਿ, ਜਿਨ ਗੁਰੂ ਨਾ ਦੇਖਿਓ ਨਾ ਕੀਓ। ਤੇ ਅਖਿਅਤ ਸੰਸਾਰ ਮੈਂ, ਬੁਲਾਇਆ ਬੋਲੀ ਤੇਰਾ। ਤੂੰ ਸਾਹਿਬ ਗੁਣੀ ਗਹਿਰਾ, ਧੰਨ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਕਬੀਰ ਜੀਓ ਕੇ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਕਬੀਰ ਅੱਲਾ ਕੀ ਕਰ ਬੰਦਗੀ, ਜਿਤ ਸਿਮਰਤ ਦੁਖ ਜਾਹੇ। ਦਿਲ में साईं प्रगटै, पाए बलंती बलंती नाए। तख्त चवर छतर दे सदीमी सच्चे पातशाह। शब्द गुरु आद गुरु, सर्व शक्तिमान गुरु। ਸ੍ਰਿਸ਼ਟੀ ਨੂੰ ਤਾਰਨਹਾਰ ਗੁਰੂ, ਜੀਵ ਆਤਮਾ ਦਾ ਇੱਕੋ ਇੱਕ ਗੁਰੂ। ਧੰਨ 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 ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ। ਸੱਚੇ ਪਿਤਾ ਜੀ ਦੀ ਗੋਦ ਵਿੱਚ ਸਜੀ ਹੋਈ ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਰੂਪ ਸਾਧ ਸੰਗਤ। ਸੱਚੇ ਪਾਤਸ਼ਾਹ ਕਰੋ ਮਿਹਰ ਦੀ ਨਿਗਾਹ ਜੀਵ ਤੇ, ਆਪਦੇ ਸ਼ਬਦ ਦੀ ਵਿਚਾਰ ਆਪ ਕਰਵਾਓ ਤੇ ਕਰੋ ਸਾਰੇ ਦਿਓ ਸੰਗਤ ਅਸ਼ੀਰਵਾਦ। ਗੁਰੂ ਸ਼ਬਦ ਦੀ ਵਿਚਾਰ ਤੋਂ ਪਹਿਲਾਂ ਸਾਰੀ ਸੰਗਤ ਸਤਿਗੁਰਾਂ ਦੇ ਚਰਨਾਂ ਵਿੱਚ ਜੁੜ ਕੇ ਆਪਾਂ ਸਾਰੇ ਬੁਲਾਓ ਪਿਆਰ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਸੱਚਾ ਪਾਤਸ਼ਾਹ, ਕੂੜੇ ਬਾਦਸ਼ਾਹ ਦੁਨਿਆਵੀ। ਇੱਕੋ ਹੀ ਸੱਚਾ ਪਾਤਸ਼ਾਹ ਹੈ ਦੁਨੀਆ ਦਾ, ਜਿਹਨੂੰ ਆ ਪਾਤਸ਼ਾਹ ਨੇ ਹੁਣ ਸਾਨੂੰ ਕਿ ਅੱਲਾ ਕੀ ਕਰ ਬੰਦਗੀ। ਅੱਲਾ ਕੀ ਹੈ? ਅੱਲਾ, ਰਾਮ, ਹੋਰ ਸੋ ਬਹੁਤ ਬੇਅੰਤ ਨਾਮ ਨੇ ਵਾਹਿਗੁਰੂ ਦੇ। ਪਰ ਗੁਰੂ ਆਪ ਦਾ ਰੂਪ ਧਾਰਨ ਕਰਕੇ ਆਪਣਾ ਨਾਮ, ਸੱਚਾ ਨਾਮ ਸਤਿਗੁਰ ਹੈ, ਸੱਚੇ ਪਾਤਸ਼ਾਹ ਹੈ ਦੁਨੀਆ ਦੇ ਮਾਲਕ। ਹੋਰ ਜਿਹੜੇ ਇੱਥੇ ਦੁਨਿਆਵੀ ਸਾਰੇ ਬਾਦਸ਼ਾਹ ਨੇ ਉਹ ਕੂੜੇ ਨੇ। ਉਧਰ ਪਾਤਸ਼ਾਹ ਕਿਹਾ, ਇੱਧਰ ਬਾਦਸ਼ਾਹ ਕਿਹਾ। ਬਾਦ ਲੜਾਈ ਝਗੜਿਆਂ ਵਿੱਚ ਸਭ ਜੀਵਨ ਬਤੀਤ ਕਰਨ ਵਾਲੇ ਸਭ ਇੱਕੋ ਹੀ ਸੱਚਾ ਪਾਤਸ਼ਾਹ ਹੈ। ਦੁਨਿਆਵੀ ਸਭ ਕੂੜੇ ਬਾਦਸ਼ਾਹ। ਸਤਿਗੁਰ ਸੱਚਾ ਨਾਥ ਹੈ। ਨੌ ਨਾਥ ਅਨਾਥ ਨਥਾਵੇ। ਦੁਨੀਆ ਦਾ ਮਾਲਕ ਪਹਿਲਾਂ ਆਪਾਂ ਅੱਲਾ ਸਮਝ ਲਈਏ ਵੀ ਅੱਲਾ ਕਿੱਡਾ ਵੱਡਾ ਹੈ, ਜਿਹਦੀ ਬੰਦਗੀ ਕਰਨੀ ਹੈ। ਸਾਰੀ ਦੁਨੀਆ ਦਾ ਮਾਲਕ ਆ, ਸਭ ਸ੍ਰਿਸ਼ਟੀ ਦਾ ਮਾਲਕ ਆ। ਸਾਰਿਆਂ ਨੂੰ ਨੱਥਿਆ ਹੋਇਆ ਆਪਦੇ ਹੁਕਮ ਥੱਲੇ। ਤੇ ਇੱਥੇ ਆਪਣੇ ਆਪ ਨੂੰ ਨੌ ਝੂਠੇ ਨਾਥ ਕਹਾਏ ਨੇ। ਗੋਰਖ, ਪੰਗਰਨਾਥ, ਮਛੰਦਰ, ਨੌ ਨਾਥ ਹੋਏ। ਆਪਦੇ ਨੌ ਵੱਡੇ ਮਸ਼ਹੂਰ ਹੈ ਤੇ ਆਪਣਾ ਆਪ ਦਾ ਮਤ ਚਲਾਇਆ ਹੋਇਆ
ये सब अनाथ ने, ये मालक नहीं हैं, नथावे ने, बेचारे ने, बेचारे। सतगुर सच्चा दतार है, होर दात्या दाते सब पछावे, दाता सब पछावे। इको ही दाता है दुनिया का, वो सतगुर है। देखो नाम का ना सतगुर है, गल समझनी है। तो वह सतगुर जिथे है, गुरु नाम है, उथे बाबा नानक है। ये भी समझना आप, जिथे भी सतगुर शब्द आता, सच्चा गुरु आता। ते पातशाही दाते ने सारी दुनिया के, सब दाता दुनियावी की, आत्मक की, सब वो देण वाले आ। दातां बनाईयां ही होंदियां। ਜਿਹੜੇ ਹੋਰ ਆਪਣੇ ਆਪ ਨੂੰ ਝੂਠੇ ਦਾਤੇ ਬਣੇ ਨੇ, ਉਹ ਤਾਂ ਜਿਵੇਂ ਛਾਂ ਹੁੰਦੀ ਹੈ ਨਾ ਦਾਤੇ ਦੀ, ਇਉਂ ਫਿਰਦੇ ਆ, ਇਉਂ। ਸਤਿਗੁਰ ਕਰਤਾ ਪੁਰਖ ਹੈ, ਕਰ ਕਰਤੂਤ ਨਨਾਵਨ ਨਾਵੇ। ਇੱਕ ਸਤਿਗੁਰ ਹੀ ਦੁਨੀਆ ਨੂੰ ਬਣਾਉਣ ਵਾਲਾ ਹੈ। ਦੁਨੀਆ ਨੂੰ ਬਣਾ ਕੇ ਉਹਦੇ ਵਿੱਚ ਸਰਬ ਵਿਆਪਕ ਵੀ ਹੋਇਆ ਹੋਇਆ ਹੈ। सारी दुनिया का करता गुरु करता है। ਜਾਂ ਆਪਣੇ ਆਪਾਂ ਨੂੰ ਸਮਝ ਲੱਗ ਜੇ ਆਪਣੇ ਕਿਹਦੀ ਬੰਦਗੀ ਕਰਨੀ ਹੈ, ਉਹਦਾ ਸਾਨੂੰ ਪਤਾ ਲੱਗ ਜੇ ਵੀ ਇਹ ਅੱਲਾ ਦੀ ਕਰ ਬੰਦਗੀ, ਕਿਹੜੇ ਅੱਲਾ ਦੀ ਕਰਨੀ ਹੈ। ਤੇ ਉਹ ਸਾਡਾ ਕਰਤਾ ਹੈ ਤੇ ਸਾਡੇ ਵਿੱਚ ਵੀ ਸਮਾਇਆ ਹੋਇਆ। ਤੇ ਬਾਕੀ ਜਿਹੜੇ ਹੋਰ ਸਾਰਿਆਂ ਦੀ ਬੁਰੀ ਕਰਤੂਤ ਹੈ, ਜਿਹੜੇ ਹੋਰ ਆਪਦੇ ਆਪ ਨੂੰ ਕਰਤਾ ਪੁਰਖ ਭਗਵਾਨ ਖਵਾਉਂਦੇ ਨੇ, ਉਹ ਕਰਤੇ ਨਹੀਂ ਹਨ, ਬਣਾਉਣ ਵਾਲੇ ਨਹੀਂ। ਉਹ ਤਾਂ ਬਣਾਏ ਹੋਏ ਖਿਡੌਣੇ ਨੇ ਉਹਦੇ। ਉਹਨਾਂ ਦੀ ਜਿੰਨੀ ਕਰਤੂਤ ਹੈ, ਉਹਨਾਂ ਦਾ ਕੋਈ ਨਾਂ ਨਹੀਂ, ਕੋਈ ਨਾਂ ਨਿਸ਼ਾਨ ਨਹੀਂ। ਜਿਵੇਂ ਨੌ ਨਾਥ ਦਾ ਕੋਈ ਮਾਂ ਪਿਓ ਨਹੀਂ, ਉਹਨਾਂ ਦੀ ਵੀ ਕੋਈ ਕਰਤੂਤ ਨਾਮ ਤੋਂ ਬਿਨਾਂ ਨੇ। ਉਹ ਹਾਂ ਨਾਵੇ, ਉਹਨਾਂ ਨੂੰ ਵੀ ਉਹ ਵਡਿਆਈ ਬਖਸ਼ ਸਕਦਾ ਹੈ ਕਰਤਾ ਪੁਰਖ, ਸਤਿਗੁਰ ਜਿਹੜਾ ਇਹੋ ਜਿਹਾ। ਸਤਿਗੁਰ ਸੱਚਾ ਸ਼ਾਹ ਹੈ, ਹੋਰ ਸ਼ਾਹ ਫਿਰਦੇ ਵਿਸਾਵੇ। ਜਿਹੜਾ ਸਤਿਗੁਰ ਇੱਕੋ ਸ਼ਾਹ ਹੈ ਸਾਰੀ ਦੁਨੀਆ 'ਚ। ਸ਼ਾਹ ਹੁੰਦਾ ਹੈ ਜਿਹਦੇ ਕੋਲ ਸਭ ਕੁਝ ਹੋਵੇ, ਖਜ਼ਾਨੇ ਹੋਣ, ਸਾਰੇ ਖਜ਼ਾਨੇ। ਸਤਿਗੁਰ ਪੂਰਾ ਸ਼ਾਹ ਹੈ, ਤ੍ਰੈ ਭਵਨ ਜਗ ਤਿਸ ਕਾ ਬਣਜਾਰਾ। ਬਾਬਾ ਨਾਨਕ ਹੀ ਪੂਰਾ ਸ਼ਾਹ ਹੈ ਦੁਨੀਆ 'ਚ। ਤੇ ਸਾਰੇ ਤਿੰਨੇ ਭਵਨ, ਸਾਰੇ ਤਿੰਨਾਂ ਭਵਨਾਂ ਵਿੱਚ ਜੀਵ ਨੇ, ਜਿਹੜੇ ਆਤਮਾ ਨੇ, ਉਹ ਸਾਰੀਆਂ ਬਣਜਾਰੇ ਨੇ, ਵਣਜ ਕਰਨ ਵਾਲੀਆਂ, ਨਾਮ ਜਪਣ ਆਈਆਂ ਨੇ। ਜਿਹੜੇ ਸੱਚਾ ਬਣਜ ਇਹ ਹੈ, ਤੇ ਬਾਕੀ ਸਭ ਬਣਜਾਰੇ, ਮਾਇਆ ਦਾ ਬਣਜਾਰੇ ਵੀ, ਉਹਨੂੰ ਵੀ ਝੂਠਾ ਬਣਜਾਰਾ ਕਿਹਾ। ਤੇ ਝੂਠੀਆਂ ਦਾਤਾਂ ਦੇ, ਉਹਦੇ ਦਾਤੇ ਸ਼ਾਹ ਇੱਕੋ ਹੀ ਹੈ। ਰਤਨ ਪਦਾਰਥ ਬੇਸ਼ੁਮਾਰ, ਪਾਏ ਭਗਤ ਲੱਖ ਭਰੇ ਭੰਡਾਰਾ। ਤ੍ਰੈ ਭਵਨ ਜਗ ਤਿਸ ਕਾ ਬਣਜਾਰਾ, ਭਰੇ ਭੰਡਾਰਾ। ਉਹਦੇ ਘਰ ਵਿੱਚ ਰਤਨ ਪਦਾਰਥ ਬੇਸ਼ੁਮਾਰ ਨੇ। ਰਤਨ ਪਦਾਰਥ ਜਿਹੜੇ ਨੇ, ਅਸੀਂ ਹਾਂ ਜੀਵ ਆਤਮਾ ਰੱਬ ਦੇ ਪੁੱਤ। ਤੇ ਬਾਹਰਲਾ ਸਰੀਰ, ਦੋ ਸਰੀਰ ਆ। ਬਾਹਰ ਜਿਹੜੇ ਨੇ ਹੀਰੇ ਰਤਨ ਵੀ ਨੌ ਧਰੇ ਹੋਏ ਨੇ, ਜਿਹੜੇ ਦਿਸਦੇ ਆ ਸਾਨੂੰ, ਜਿਨ੍ਹਾਂ ਦੀ ਕੀਮਤ ਬਹੁਤ ਜ਼ਿਆਦਾ ਹੈ। ਰਤਨ ਵੀ ਜੜਦੇ ਆ, ਹੀਰੇ ਵੀ ਜੜੇ ਨੇ ਨਕਲੀ, ਕੋਹ-ਨੂਰ ਹੀਰਾ ਵੀ ਹੋਇਆ ਹੈ। ਇਹ ਬਾਹਰਲੇ ਸਰੀਰ ਦੇ ਆ ਜਿਹੜੇ ਦਿਸਦੇ ਆ, ਪਰ ਅੰਦਰਲੇ ਸਰੀਰ ਦਾ ਲਈ ਇਹ ਮਿੱਟੀ ਨੇ। ਜਿਹੜਾ ਅਸਲੀ ਬਾਪ ਦਾ ਪੁੱਤ ਹੈ, ਉਹਦੇ ਲਈ ਇਹ ਰਤਨ ਪਦਾਰਥ, ਇਹ ਮਿੱਟੀ ਨੇ, ਉਹਦੇ ਲਈ ਕੱਖ ਨਹੀਂ ਹੈ। ਉਹਦੇ ਲਈ ਰਤਨ ਪਦਾਰਥ ਨੇ। ਗੁਰ ਕਾ ਸ਼ਬਦ ਰਤਨ ਹੈ, ਹੀਰੇ 'ਚ ਚੜਾਓ। ਗੁਰੂ ਦਾ ਸ਼ਬਦ ਹੀ ਰਤਨ ਹੈ। ਸਾਰੇ ਬਚਨ ਰਚਨ ਰਤਨ ਹੀਰੇ ਨੇ। ਪਾਤਸ਼ਾਹ ਦੇ ਨਾਮ ਹੀਰਾ ਰਤਨ ਹੈ। ਇਹ ਹੀਰੇ ਨੇ ਅੰਦਰਲੀ ਆਤਮਾ ਦੇ। ਕਿਉਂ? ਇਹਦੇ ਨਾਲ ਹੀ ਅਮੀਰ ਹੋਣਾ ਇਹਨੇ। ਇਹ ਰਤਨ ਵਪਾਰ, ਇਹਦਾ ਵਪਾਰ ਕਰਨ ਆਇਆ ਅੰਦਰਲਾ ਬੰਦਾ, ਹੀਰੇ ਰਤਨ। ਦੂਏ ਪਾਸੇ ਜਦੋਂ ਇਹ ਰਤਨ ਪਦਾਰਥ ਸ਼ਬਦ ਨਾਲ ਜੁੜਦਾ ਹੈ, ਰੱਬ ਦਾ ਪੁੱਤ,
ਤਾਂ ਉਹਦੇ ਵਿੱਚ ਰਤਨ ਪਦਾਰਥ ਹੀਰੇ ਜਿਹੜੇ ਨੇ ਉਹ ਗੁਣ ਰੱਬ ਦੇ ਪੈਦਾ ਹੋ ਜਾਂਦੇ ਆ ਸਾਰੇ। ਵਾਹਿਗੁਰੂ ਦੇ ਭਗਤ ਪਾਏ, ਗੱਲ ਭਗਤੀ ਦੀ ਹੈ। ਰੱਬ ਦੀ ਭਗਤੀ ਪਿਆਰ ਪ੍ਰੇਮਾ ਭਗਤੀ ਕਰੂਗਾ ਜਿਹੜਾ, ਉਹਦੇ ਵਾਹਿਗੁਰੂ ਦੇ ਘਰੇ ਪ੍ਰੇਮਾ ਭਗਤੀ ਦੇ ਭੰਡਾਰ ਭਰੇ ਪਏ ਨੇ। ਇਹ ਨਹੀਂ ਵੀ ਮੁੱਕ ਜਾਣਗੇ। ਐਡਾ ਪੂਰਾ ਸ਼ਾਹ ਹੈ, ਐਡਾ ਵੱਡਾ ਸ਼ਾਹ। ਪਾਰ ਜਾਤ ਲੱਖ ਬਾਗ ਵਿੱਚ ਇਹ ਆਪਾਂ ਗਿਣਤੀ ਕਰ ਲਈਏ ਤਾਂ ਦੁਨੀਆ ਕਾਮਤਾਨ ਦੇ ਬਾਗ ਹਜ਼ਾਰਾਂ। ਪਾਰ ਜਾਤ ਰੁੱਖ ਹੈ ਸਵਰਗ 'ਚ, ਤੇ ਉਹ ਲੱਖਾਂ ਪਾਰ ਜਾਤ ਰੱਖੋ, ਤੇ ਸਾਰੀ ਬਣਾਈ ਉਹਦੀ ਸ੍ਰਿਸ਼ਟੀ ਆ। ਕਾਮਧੇਨ ਗਊਆਂ ਵੀ ਉਹਨੇ ਬਣਾਈਆਂ ਨੇ, ਪਰੰਤੂ ਪਾਤਸ਼ਾਹ ਨੇ ਸਾਨੂੰ ਕਹਿ ਦਿੱਤਾ ਹੈ ਪਾਰ ਜਾਤ ਇਹ ਹਰ ਕੋ ਨਾਮ, ਕਾਮਤਾਨ ਹਰ ਹਰ ਗੁਣ ਗਾ। ਤੂੰ ਇਹ ਕਾਮਧੇਨ ਪਾਰ ਜਾਤ ਦੁਨਿਆਵੀ ਕਾਮਧੇਨ ਗਊਆ ਦੀ ਉਹਨਾਂ ਦੇ ਉਹ ਮਨ ਚਿੰਦੇ ਫਲ ਦੇ ਦਿੰਦੀਆਂ ਨੇ ਜੇ ਇੱਛਾ ਕਰਦਾ। ਇਹ ਹੈ ਸਾਰੀ ਜਿਹੜਾ ਗੁਰੂ ਵਾਲਾ ਨਹੀਂ ਬਣਦਾ ਉਹਦੇ ਲਈ ਇਹ ਤਾਕਤਾਂ ਇਹੋ ਜਿਹੀਆਂ ਚੀਜ਼ਾਂ ਮੰਗ ਲੈਂਦੇ ਆ। ਬੰਦਾ ਜਿਹੜਾ ਗੁਰੂ ਵਾਲਾ ਨਹੀਂ ਬਣਦਾ ਉਹਨੂੰ ਇਹੋ ਜਿਹੇ ਸਬਜ਼ ਬਾਗ ਦਿਸਦੇ ਆ ਸਮਾਧੀਆਂ ਲਾ ਕੇ। ਤੇ ਕਾਮਧੇਨ ਦੇ ਬਾਗ ਹਜ਼ਾਰਾਂ ਗੁਰਸਿੱਖ ਨੇ ਨਹੀਂ ਇਹ ਜੀ। ਮਹਾਰਾਜ ਕਹਿੰਦੇ ਉਹਦੇ ਤਾਂ ਗਊਆਂ ਵਗ ਫਿਰਦੀਆਂ, ਗੁਰੂ ਨਾਨਕ ਦੇ ਘਰੇ ਤੂੰ ਇੱਕ ਗਾਂ ਨੂੰ ਰੋਣਾ ਹੈ। ਲੱਖ ਲਖਵੀਆਂ ਲੱਖ ਗੋਲੀਆਂ, ਇੱਕ ਲక్ష్ਮੀ ਨਹੀਂ ਹੈ। ਆ ਦੇਖੋ ਬਥੇਰੀਆਂ ਮਾਤਾਵਾਂ ਬਣਾਈਆਂ ਹੋਈਆਂ ਲక్ష్ਮੀਆਂ ਨੇ, ਲੱਖਾਂ ਨੇ ਉਹਦੇ ਘਰ ਦੀ, ਲੱਖਾਂ ਗੋਲੀਆਂ ਨੇ ਉਹਦੇ। ਰਿੱਧ ਸਿੱਧ ਸਭ ਇਹ ਗੋਲੀਆਂ, ਉਹ ਲੱਖ ਵੀ ਨਹੀਂ, ਇਹ ਗੋਲੀਆਂ ਨੇ ਸਾਰੀਆਂ। ਪਾਰਸ ਦੇ ਪਰਬਤ ਤੇ ਪਾਰਾ। ਪਾਰਸ ਜਿਹੜਾ ਹੈ ਲੋਹੇ ਨੂੰ ਸੋਨਾ ਬਣਾ ਦਿੰਦਾ ਹੈ, ਤੇ ਬਾਬਾ ਨਾਨਕ ਆਪ ਪਾਰਸ ਹੈ। ਉਹ ਸੋਨਾ ਤਾਂ ਉਹਦੀਆਂ ਬਣਾਈਆਂ ਹੋਈਆਂ ਵਸਤੂਆਂ ਨੇ ਦੁਨਿਆਵੀ ਬਾਹਰਲੇ ਸਰੀਰ ਦੀਆਂ, ਪਰੰਤੂ ਅੰਦਰ ਜਿਹੜਾ ਬੰਦਾ ਲੋਹੇ ਵਰਗਾ ਹੈ ਮਨ, ਉਹਨੂੰ ਪਾਰਸ ਇੱਥੋਂ ਤੱਕ ਸੋਨਾ ਵੀ ਨਹੀਂ ਬਣਾਉਂਦਾ। ਪਾਰਸ ਭੇਡ ਪੈਸੇ ਪਾਰਸ ਆਪਣੇ ਵਰਗਾ ਬਣਾਉਂਦਾ ਹੈ। ਸਤਿਗੁਰ ਏਡਾ ਵੱਡਾ ਪਾਰਸ ਹੈ ਜਿਹੜਾ ਉਹਦੇ ਨਾਲ ਛੂ ਜੂਗਾ। ਤੇ ਇਹਦੇ ਪਰਬਤ ਨੇ ਦੁਨਿਆਵੀ ਪਦਾਰਥ ਇੰਨੇ ਆਪਾਂ ਤਾਂ ਦੇਖੇ ਹੀ ਨਹੀਂ ਹੈ ਜਿੰਨੇ ਇੰਨੇ ਪਦਾਰਥ ਦੁਨੀਆ 'ਚ ਨੇ। ਤੇ ਇਹ ਜਦੋਂ ਆਪਣਾ 10ਵਾਂ ਦੌਰ ਖੁੱਲ੍ਹ ਗਿਆ, ਮਹਾਰਾਜ ਨੇ ਸੱਚਖੰਡ ਗਏ, ਆਪਾਂ ਜੀਵ ਜਾਂਦਾ ਹੈ, ਉਦੋਂ ਹੈਰਾਨ ਹੋ ਜਾਂਦਾ ਦੇਖ ਕੇ ਵੀ ਬੇਅੰਤ ਉਹਦੀ ਲੀਲਾ ਹੈ। ਬੇਅੰਤ ਸੂਖਸ਼ਮ ਜਿਹੜੀ ਆ ਸਾਰੀ ਚੀਜ਼ਾਂ ਇਹ ਤੁਹਾਨੂੰ ਪ੍ਰਤੱਖ ਦਿਸਣਗੀਆਂ, ਐਵੇਂ ਨਹੀਂ ਲਿਖਦੀਆਂ ਇਹ ਸਭ ਪ੍ਰਤੱਖ ਦਿਸਣਗੇ। ਲੱਖ ਇੰਦਰੇ ਲੈ ਲੱਖ ਅੰਮ੍ਰਿਤ ਲੈ ਛੜਕਣ ਹੋਏ ਛੜਕਣ ਸੱਚੇ ਦਰਬਾਰਾ। ਉਹਦੇ ਦਰਬਾਰ ਦੇ ਮੂਹਰੇ ਲੱਖਾਂ ਇੰਦਰ ਦੇਵੀ ਦੇਵਤੇ ਕੋਈ ਗਿਣਤੀ ਨਹੀਂ ਹੈ, ਉਹ ਬਾਸ਼ਕੀ ਬਣੇ ਹੋਏ ਨੇ। ਸੂਰਜ ਚੰਦ ਚਿਰਾਗ ਲੱਖ, ਆਪਾਂ ਤਾਂ ਦੋ ਹੀ ਦੀਂਦੇ ਆਪਾਂ, ਲੱਖਾਂ ਨੇ। ਰਿੱਧ ਸਿੱਧ ਨਿੱਧ ਕੇ ਬੋਲੋਂ ਬਾਰਾ। ਬਾਬਾ ਨਾਨਕ ਕਿੱਡਾ ਵੱਡਾ ਹੈ। ਰਿੱਧੀਆਂ ਸਿੱਧੀਆਂ ਦੇ ਬੋਲ ਲੱਗੇ ਪਏ ਨੇ। ਇੱਕ ਰਿੱਧੀ ਸਿੱਧੀ ਆ ਜਾਂਦੀ ਹੈ ਤਾਂ ਬੰਦਾ ਐਂ ਹੋਇਆ ਜਾਂਦਾ ਵੀ ਪਤਾ ਨਹੀਂ ਮੈਨੂੰ ਕੀ ਮਿਲ ਗਿਆ। ਸਿੱਧਾ ਨੂੰ ਇਹ ਜੀ ਇੱਕ ਸਿੱਧੀ ਮਿਲੀ ਤੇ ਉਹ ਆਪਦੇ ਆਪ ਨੂੰ ਰੱਬ ਬਣਿਆ ਬੈਠਾ ਬੰਦਾ ਬਣ ਜਾ। ਇੱਥੇ ਬੋਲ ਲੱਗੇ ਨੇ ਪਰ ਗੁਰਸਿੱਖ ਨੇ ਨਹੀਂ ਚੱਕਣਾ। ਸਭ ਵੰਡ ਦਿੱਤੀਆਂ ਨੂੰ। ਭਾਈ ਭਗਤ ਕਰ ਸੱਚ ਪਿਆਰਾ। ਸਾਰੀ ਦੁਨੀਆ ਨੂੰ ਇਹ ਭੰਡਾਰੇ ਦੁਨਿਆਵੀ ਵੀ ਵੰਡੀ ਜਾਂਦਾ ਹੈ, ਜਿਵੇਂ ਉਹ ਜੀਵ ਆਦਮੀ ਚਾਹੁੰਦਾ ਹੈ, ਜਿਹੋ ਜਿਹਾ ਕੁਛ ਚਾਹੁੰਦਾ। ਪਰ ਉਹਨੂੰ ਨਾ ਪ੍ਰੇਮਾ ਭਗਤੀ ਬੜੀ ਚੰਗੀ ਲੱਗਦੀ ਆ ਸਭ ਤੋਂ। ਉਹਦੇ ਨਾਲ ਪਿਆਰ ਕਰਦਾ ਸਭ ਤੋਂ। ਉਹਨੂੰ ਇਹ ਕਹਿੰਦਾ ਵੀ ਮੈਨੂੰ ਭਗਤ ਪਿਆਰਾ ਹੈ। ਭਗਤ ਬਸਲ ਸਤਿਗੁਰ ਨਿਰੰਕਾਰਾ। ਭਗਤੀ ਨੂੰ ਪਿਆਰ ਕਰਨ ਵਾਲਾ ਬਾਬਾ ਨਾਨਕ ਸਤਿਗੁਰੂ ਸੱਚੇ ਪਾਤਸ਼ਾਹ ਨਿਰੰਕਾਰ ਨੇ। ਨਿਰੰਕਾਰ ਨੇ।
ਅਸੀਂ ਅੱਲਾ ਦੀ ਜਿਹੜੀ ਬੰਦਗੀ ਕਰਨੀ ਆ ਉਹ ਸੱਚੇ ਪਾਤਸ਼ਾਹ ਦੀ ਕਰਨੀ ਆ। ਗੱਲ ਇਹ ਸਮਝ ਆ ਜੀ ਸਰ, ਅਸੀਂ ਉਹ ਸੱਚੇ ਪਾਤਸ਼ਾਹ ਦੀ ਕਰਨੀ ਆ। ਹੋਰ ਸ਼ਾਹ ਜਿਹੜੇ ਵਸਾਵੇ ਕਿਸੇ ਦਾ ਤਵਾਰ ਨਹੀਂ ਹੈ, ਇਹ ਸੱਚੇ ਸ਼ਾਹ ਦਾ ਫੁੱਲ ਅਤਵਾਰ ਹੈ। ਜਿਹੜਾ ਇਹ ਸ਼ਾਹ ਦੇ ਇਹਦੇ ਲੜ ਲੱਗੇਗਾ ਉਹਨੂੰ ਵੀ ਏਡਾ ਅਮੀਰ ਆਤਮਿਕ ਤੌਰ ਤੇ ਕਰ ਦੂਗਾ, ਸ਼ਾਹ ਹੀ ਬਣਾ ਦਿੰਦਾ। ਸਤਿਗੁਰ ਸੱਚਾ ਵੈਦ ਹੈ, ਹੋਰ ਵੈਦ ਸਭ ਕੂੜ ਕੈਦ ਕੁੜਾਵੇ। ਸਾਰੇ ਝੂਠ ਦੀ ਜਿੰਨੇ ਆ ਝੂਠ ਡਾਕਟਰ ਨੇ ਵੈਦ ਨੇ, ਇਹ ਸਭ ਹਉਮੈ ਦੀ ਕੈਦ ਵਿੱਚ, ਝੂਠੀ ਕੈਦ ਵਿੱਚ, ਸਰੀਰ ਦੀ ਕੈਦ ਵਿੱਚ ਫਸੇ ਹੋਏ ਨੇ। ਇੱਕ ਸੱਚਾ ਵੈਦ ਹੈ ਜਿਹਨੂੰ ਰੋਗ ਰਹਿਤ ਜਿਹੜਾ ਹੈਗਾ, ਬਾਕੀ ਸਭ ਰੋਗੀ ਨੇ। ਬਿਨ ਸਤਿਗੁਰ ਸਭ ਨੇ ਗੁਸਾਵੇ। ਜਿੰਨੇ ਸਤਿਗੁਰ ਤੋਂ ਬਗੈਰ ਦੁਨੀਆ ਉਹ ਸਾਰੀ ਨਗੁਰੀ ਹੈ। ਆਪਾਂ ਦੇਖ ਲਓ, ਆਪਾਂ ਨਗੁਰੇ ਗੱਲ ਸਮਝਣੀ ਹੈ। ਆਹ ਦੇਖ ਲਓ, ਜਿੰਨੇ ਸ਼ਾਹ ਛੂ ਜੇ ਵੈਦ ਬੂਤ ਸਭ ਨਗੁਰੇ ਨੇ। ਜਿਹੜਾ ਸਤਿਗੁਰ ਦੀ ਸ਼ਰਨ ਲਏਗਾ ਉਹੀ ਤਰੇਗਾ, ਗੁਰੂ ਵਾਲਾ ਬਣਨਾ। ਤੇ ਉਹਨੇ ਸਾਨੂੰ ਹੁਣ ਆਪਾਂ ਮਾੜੀ ਜੀ ਫੇਰ ਦਰਾ ਲਈਏ ਵੀ ਜਿਵੇਂ ਇੱਕ ਦੁਨਿਆਵੀ ਆਪਾਂ ਮਾਂ ਪਿਓ ਦੇ ਪੁੱਤ ਹੁੰਨੇ ਆ। ਸਾਨੂੰ ਮਾਤਾ ਪਿਤਾ ਇੱਕ ਦੇਸ਼ ਵਿੱਚੋਂ, ਜਿਵੇਂ ਆਪਣੇ ਤਾਂ ਬਹੁਤ ਟੁਕਦੀ, ਆਪਾਂ ਆਏ ਪ੍ਰਦੇਸ਼ ਵਿੱਚ, ਆਪਣੇ ਲਈ ਤਾਂ ਬਾਹਰਲਾ ਸਰੀਰ ਵੀ ਪ੍ਰਦੇਸ਼ ਵਿੱਚ ਆਇਆ, ਅਸੀਂ ਇੱਥੇ ਕਮਾਉਣ ਆਏ। ਇਹ ਸਾਨੂੰ ਸਮਝ ਥੋੜ੍ਹੀ ਜਿਹੀ ਆ ਜੂ। ਅਸੀਂ ਜੰਮੇ ਭਾਰਤ ਵਿੱਚ ਸੀ, ਮਾਂ ਪਿਓ ਸਾਡੇ ਭਾਰਤ ਵਿੱਚ ਸੀ। ਦੁਨਿਆਵੀ ਬਾਹਰਲੇ ਸਰੀਰ ਦੇ ਜਿੰਨਾ ਰਾਹੀਂ ਅਸੀਂ ਆਏ ਹਾਂ, ਉਹ ਨਹੀਂ ਕੋਈ ਅਸੀਂ ਤਾਂ ਸੱਚ ਮੰਨੀ ਬੈਠੇ ਹਾਂ ਸਭ। ਤੇ ਦੋਹੇ ਸਰੀਰ ਬਣਾਉਣ ਵਾਲਾ ਸਾਡਾ ਸੱਚੇ ਪਾਤਸ਼ਾਹ ਹੈ। ਤੇ ਉਹਨੇ ਸਾਡੀ ਸਾਰੀਆਂ, ਦੇਖੋ ਕਿੰਨਾ ਸੋਹਣਾ ਚਿੱਤਰ ਚਲਿੱਤਰ ਬਚਿੱਤਰ ਬਣਾਇਆ ਹੈ। ਅੱਖਾਂ, ਮੂੰਹ, ਨੱਕ, ਮੂੰਹ ਸਭ ਉਹਨੇ ਲਾਏ ਨੇ। ਅੱਖਾਂ ਦੇਖਣ ਦੀ ਸ਼ਕਤੀ, ਸੁਰਤ ਦੇਖਣ ਦੀ ਸ਼ਕਤੀ, ਸਮਝਣ ਦੀ ਸਬਜ਼ੀ, ਸਭ ਰਾਗ ਰੰਗ ਦੇਖਦੇ ਹਾਂ। ਛੋਟੇ ਹੁੰਦਿਆਂ ਨੂੰ ਦੁੱਧ ਪਿਲਾਇਆ ਹੈ, ਦਾਤਾਂ ਦਿੱਤੀਆਂ ਉਹਨੇ, ਸਭ ਅੰਗ ਅੰਗਾ ਗਿਣ ਕੇ ਬਣਾਇਆ ਸਾਡਾ। ਕਿੱਡੀ ਹੋਏ ਸਿਆਣਾ ਸਮਝਿਆ, ਕਰਤਾ ਛੱਡ ਕੀਤਾ ਲਪਟਾਇਆ। ਅਸੀਂ ਕੀ ਕੀਤਾ? ਜਦੋਂ ਅਸੀਂ ਮਾੜੇ ਜਿਹੇ ਸਿਆਣੇ ਹੋ ਗਏ ਨਾ, ਅਸੀਂ ਇਹ ਜਿਹਨੇ ਸਾਰੀਆਂ ਪਹਿਲਾਂ ਇਹ ਦਾਤਾਂ ਹੀ ਜਿਹਨੀਆਂ ਦਿੱਤੀਆਂ ਨੇ, ਕਰਤੇ ਨੇ ਬਣਾਈਆਂ ਨੇ, ਉਹ ਸਾਰੀਆਂ ਦਾਤਾਂ ਭੁੱਲ ਕੇ ਜਿਹੜੀ ਚੀਜ਼ ਬਣਾਈ ਹੋਈ ਦਿੱਤੀ ਹੋਈ ਹੈ ਨਾ, ਉਹਦੇ ਨਾਲ ਚੁੰਬੜ ਗਿਆ। ਰੱਬ ਦਾ ਪੁੱਤ ਬਣਾਈ ਹੋਈ ਚੀਜ਼ ਸਭ ਤੋਂ ਨੇੜੇ ਦੀ ਸਾਡਾ ਬਾਹਰਲਾ ਸਰੀਰ ਹੈ। ਉਹਦੇ ਵਿੱਚ ਗੁਰਪੂਰੇ ਬਿਨ ਮੋਇਆ ਮਾਇਆ। ਫਿਰ ਦੱਸਣ ਲੱਗਿਆ, ਸਤਿਗੁਰ ਤੋਂ ਬਗੈਰ ਜਿਹੜਾ ਰੱਬ ਦਾ ਪੁੱਤ ਹੈ ਉਹ ਮਾਇਆ ਦਾ ਮੋਹਿਆ ਪਿਆ ਹੈ। ਮਾਇਆ ਨੇ ਮੋਹ ਲਿਆ ਉਹਨੂੰ। ਫਿਰ ਦੱਸਣ ਲੱਗਾ ਮੈਂ ਦੁਨਿਆਵੀ, ਫਿਰ ਉਦਾਹਰਨ ਦਿੱਤੀ ਹੈ। ਉਹ ਉਦਾਹਰਨ ਆਪਣੇ ਅੰਦਰ ਰੱਖਾਂਗੇ ਤਾਂ ਆਪਾਂ ਨੂੰ ਬਹੁਤ ਗੁਰੂ ਸਾਹਿਬ ਦੀ ਸਮਝ ਲੱਗੂ। ਬਈ ਜਦੋਂ ਮਾਂ ਪਿਓ ਸਾਨੂੰ ਪ੍ਰਦੇਸ਼ ਵਿੱਚ ਸਾਨੂੰ ਇਉਂ ਕਹਿ ਕੇ ਤੋਰ ਦਿੱਤਾ ਬਈ ਪ੍ਰਦੇਸ਼ ਵਿੱਚ ਕਮਾ ਕੇ ਲਿਆ ਪੁੱਤ, ਧਨ ਕਮਾਉਣ ਆਏ ਹਾਂ ਅਸੀਂ, ਸਿਰਫ ਅਸੀਂ ਧਨ। ਅਤੇ ਇਹ ਉਹ ਧਨ ਜਿਹੜਾ ਕਮਾਵੇਂਗਾ ਤੂੰ ਉੱਥੇ ਆਪ ਵੀ ਸੁਖੀ ਰਹੇਗਾ ਅਤੇ ਨਾਲੇ ਤੂੰ ਮੈਂ ਵੀ ਤੇਰੇ 'ਤੇ ਖੁਸ਼ ਹੋਊ। ਮਹਾਰਾਜ ਕਹਿੰਦੇ ਅਤੇ ਮੁੜ ਕੇ ਤੂੰ ਘਰ ਨੂੰ ਵਾਪਸ ਆਉਣਾ। ਅਤੇ ਜਿੱਥੇ ਚੱਲਿਆ ਉਹ ਪ੍ਰਦੇਸ਼ ਹੈ, ਅਤੇ ਪ੍ਰਦੇਸ਼ ਵਿੱਚ ਨਹੀਂ ਰਹੀਦਾ ਹੁੰਦਾ ਬਹੁਤਾ ਚਿਰ। ਪ੍ਰਦੇਸ਼ ਨਹੀਂ ਹੁੰਦਾ ਦੇਸ਼ ਆਪਣਾ। ਅਤੇ ਸਾਡਾ ਵੀ ਅਸੀਂ ਹੁਣ ਸੱਚਖੰਡ ਅਗਲੀ ਦੁਨੀਆ 'ਚੋਂ ਆਏ। ਦੇਸ਼ ਤਾਂ ਸਾਡਾ ਉਹ ਸੀ। ਬਾਪ ਹਮਾਰਾ ਸਦ ਚਰੰਗੀਜੀ ਵੀ ਸੀ। ਸਾਡਾ ਬਾਪ ਸਦਾ ਦਾ ਜਿਉਣ ਵਾਲਾ ਸੀ ਅਤੇ ਅਸੀਂ ਉਹਦੇ ਪੁੱਤ ਸੀ। ਭਾਈ ਹਮਾਰੇ ਸਾਧੇ ਜੀ ਵੀ, ਸਾਡਾ ਪਰਿਵਾਰ ਤਾਂ ਉਹ ਸੀ। ਸਾਡਾ ਭਾਈ ਵੀ ਜਿਹੜੇ ਸੀ ਸਾਰੇ ਉਹ ਵੀ ਜਿਉਣ ਵਾਲੇ ਸੀ। ਸਾਡੇ ਸਾਹਿਬਜ਼ਾਦੇ ਹੋਰ 5 ਪਿਆਰੇ ਸਭ। ਮੀਤ ਹਮਾਰੇ ਸਦਾ ਬਨਾਸੀ, ਸਾਡਾ ਪਰਿਵਾਰ ਤਾਂ ਆ ਸੀ। ਸਾਨੂੰ ਤਾਂ ਪਰਿਵਾਰ ਹੀ ਭੁੱਲ ਗਿਆ। ਅੰਦਰਲੇ ਦੀ ਗੱਲ ਆ ਹੁਣ ਸਾਰੀ। ਅੰਦਰਲੇ ਨੂੰ ਸਮਝਾਉਣ ਲੱਗੇ ਆਪਦੇ ਪੁੱਤ ਨੂੰ ਵੀ ਸਾਨੂੰ ਭੇਜਿਆ ਕਿਉਂ। ਕੁਟੰਬ ਹਮਾਰਾ ਨਿਜ ਘਰ ਵਾਸੀ, ਸਾਰੇ ਸੱਚਖੰਡ ਰਹਿਣ ਵਾਲੇ ਸੀ ਅਸੀਂ। ਸਾਡਾ ਘਰ ਤਾਂ ਉਹ ਸੀ। ਉੱਥੋਂ ਸਾਨੂੰ ਤੋਰਿਆ ਗਿਆ ਇਹ ਸਰੀਰ ਵਿੱਚ ਇੱਕ ਮਕਾਨ ਬਣਾ ਕੇ ਵੀ ਪ੍ਰਦੇਸ਼ ਵਿੱਚ ਜਾ ਝਾਤੀ ਮਾਰ ਅਤੇ ਉੱਥੇ ਵਣਜ ਕਰੀ ਮੇਰਾ। ਅਤੇ ਵਣਜ ਕੀ ਹੈ ਬਈ ਤੂੰ ਨਾ, ਜੇ ਤਾਂ ਤੂੰ ਵਣਜ ਮੇਰੀ ਮਰਜ਼ੀ ਨਾਲ ਕਰਦਾ ਰਹੇਗਾ, ਪਾਤਸ਼ਾਹ ਨੇ ਕਿਹਾ, ਫਿਰ ਤਾਂ ਤੂੰ ਸੁਖੀ ਵੀ ਰਹੇਗਾ। ਜਿਹੜਾ ਮੈਂ ਤੈਨੂੰ ਵਣਜ ਕਹਿ ਕੇ ਤੋਰਿਆ ਹੈ
भी तू नाम धन जोड़ के लियाई। असल गल तो यही कही है पातशाह ने, नाम धन जोड़दा नहीं, नाम धन कर क्यों तू हुण तक नाम धन ਜਿਹੜਾ ਉਹ ਤੂੰ 84 ਵਿੱਚ ਜਿਹੜਾ ਮੇਰੀਆਂ ਮਿੰਨਤਾਂ ਕੀਤੀਆਂ ਤੈਨੂੰ ਮੈਂ ਇੱਕ ਮੌਕਾ ਦੇਣ ਲੱਗਾ, ਇਹ ਨਾਮ ਧਨ ਨਾਲ ਹੀ ਤੂੰ ਅਮੀਰ ਬਣੇਗਾ, ਨਾਮ ਧਨ ਨਾਲ ਹੀ ਤੈਨੂੰ ਮੇਰੇ ਨਾਲ ਮਿਲਾਪ ਹੋਊਗਾ, ਨਾਮ ਨਾਲ ਹੀ ਮੇਰਾ ਨਾਮ ਐਡਾ ਵੱਡਾ ਹੈ ਮੈਂ, ਤੇ ਉਹ ਤੂੰ ਮੇਰੇ ਤੋਂ ਹੀ ਲਈ। ਇਹ ਵੀ ਨਾਲ ਕਹਿ ਦਿੱਤਾ, ਸਤਿਗੁਰਾਂ ਤੋਂ ਬਗੈਰ ਜਿਹੜਾ ਨਾਮ ਜਪੇਗਾ ਤੂੰ, ਉਹ ਤੂੰ ਅਜੇ ਤੂੰ ਨਗੁਰਾ ਹੈ, ਉਹਨਾਂ ਚਿਰ ਤੇਰਾ ਨਾਮ ਧਨ ਨਹੀਂ ਜੁੜ ਸਕਦਾ, ਕੋਈ ਥਾਂ ਨਹੀਂ ਪੈਣਾ। ਇਹ ਵੀ ਸਾਨੂੰ ਸਮਝਾ ਕੇ, ਇਹ ਸਾਰੀ ਗੱਲ ਸਾਨੂੰ ਮਾਂ ਦੇ ਪੇਟ ਸਮਝਾਈ ਸੀ, ਪਰੰਤੂ ਅਸੀਂ ਜਿੱਦਣ ਦੇ ਇਸ ਸੰਸਾਰ ਵਿੱਚ ਆਏ ਤੇ ਉਦਣੇ ਪਹਿਲੇ ਤਾਂ ਨਹੀਂ ਭੁੱਲ ਗਏ, ਪਹਿਲੇ ਤਾਂ ਨਹੀਂ ਭੁੱਲ ਗਏ, ਤੇ ਉਹ ਭੁੱਲ ਗਏ ਤੇ ਹੁਣ ਸਾਨੂੰ ਉਹ ਭੁੱਲ ਕੇ ਤੇ ਅਸੀਂ ਨਾ ਬਾਹਰਲੇ ਸਰੀਰ ਮਾਇਆ ਮੋਹਣੀ ਦੇ ਸਾਨੂੰ ਅਸੀਂ, ਉਹਨੇ ਪਹਿਲੇ ਦਿਨ ਹੀ ਸਾਨੂੰ ਲੋਰੀ ਦੇ ਕੇ ਸਵਾ ਦਿੱਤਾ, ਕੂੜ ਦੀ ਫੀਮ ਖਵਾ ਕੇ ਸਵਾ ਦਿੱਤਾ, ਕੂੜ ਦੀ ਫੀਮ, ਕੂੜ ਦੀ ਫੀਮ, ਅਮਲ ਗਲੋਲਾ ਕੂੜ ਕਾ ਦਿੱਤਾ ਦੇਵਨਹਾਰ। ਫੀਮ ਦਾ ਜਦੋਂ ਗੋਲਾ ਤੇ ਉਹਦੇ ਨਾਲ ਨਸ਼ਾ ਚੜ ਗਿਆ। ਸ਼ਿਆਮ ਸੁੰਦਰ ਤਜ ਨੀਂਦ ਕਿਉਂ ਆਈ, ਆਨੂੰ ਨੀਂਦ ਆ ਗਈ, ਨੀਂਦ ਆਈ ਹੋਈ ਹੈ। ਮਹਾ ਮੋਹਣੀ ਦੂਤਾਂ ਲਾਈ, ਉਹ ਬੜੀ ਮੋਹਣੀ ਹੈ, ਸੋਹਣੀ ਬੜੀ ਆ, ਬਾਹਰਲਾ ਸਰੀਰ ਹਰੇਕ ਦਾ ਸੋਹਣਾ ਬਹੁਤ ਆ, ਬਾਹਰ ਦੁਨੀਆ ਹਰ ਚੀਜ਼ ਜਿਹੜੀ ਆ ਕਿਉਂ ਸੋਹਣੇ ਨੇ ਮੋਹਣ ਨੇ ਬਣਾਈ ਆ, ਤਾਂ ਮੋਹਣੀ ਆ। ਜਿੰਨਾ ਚਿਰ ਮੋਹਣ ਵਿੱਚ ਹੈ ਉਹਨਾਂ ਚਿਰ ਮੋਹਣੀ ਆ, ਨਹੀਂ ਸੁਆਹ ਹੈ ਉਹਦੇ ਨਾਲ। ਇਹ ਸਾਨੂੰ ਤਾਂ ਅਸੀਂ ਮੋਹਣੀ ਮਗਰੀ ਲੱਗ ਗਏ, ਅਤੇ ਮੋਹਣਾ ਸਾਡੇ ਬਾਹਰਲਾ ਸਰੀਰ ਸੀ ਜਿਹਦੇ ਵਿੱਚ ਰਹਿਣ ਲੱਗੇ, ਅਸੀਂ ਇਹਦੀ ਕੈਦ ਵਿੱਚ ਹੋ ਗਏ। ਅਸੀਂ ਰੱਬ ਨੂੰ ਭੁੱਲ ਗਏ, ਵਣਜ ਵੀ ਭੁੱਲ ਗਏ, ਅਸੀਂ ਨਾ ਹੁਣ ਆਪਦੀ ਅਲੱਗ ਉਹ ਮੋਹਣੀ ਦੇ ਮਗਰ ਲੱਗ ਕੇ ਅਸੀਂ ਆਪਦੀ ਮੈਂ ਬਣ ਕੇ ਅੱਡ ਹੋ ਗਏ ਰੱਬ ਨਾਲੋਂ, ਵਾਹਿਗੁਰੂ ਨਾਲ। ਜਿਵੇਂ ਦੁਨਿਆਵੀ ਮਾਂ ਬਾਪ ਨੂੰ ਪੁੱਤ ਇਸਤਰੀ ਨੂੰ ਦੇ ਅਧੀਨ ਹੋ ਕੇ ਅੱਡ ਹੋ ਜਾਂਦਾ ਹੈ, ਇਹ ਸਮਝਣ ਲਈ ਹੈ, ਅਤੇ ਉਹ ਮਾਂ ਪਿਓ ਨੂੰ ਭੁੱਲ ਜੇ। ਇੱਥੇ ਬਥੇਰੀ ਦੁਨੀਆ ਜਿਹੜੀ ਆ, ਜਦ ਵਿਆਹ ਹੋ ਜਾਂਦਾ ਹੈ ਮਾਂ ਪਿਓ ਨੂੰ ਪੁੱਛਦੇ ਹੀ ਨਹੀਂ, ਮਾਂ ਪਿਓ ਨੂੰ ਯਾਦ ਹੀ ਨਹੀਂ ਆਉਂਦੇ, ਜੋ ਉਹ ਹੁਕਮ ਕਰਦੀ ਆ ਉਹ ਕੁਛ ਕਰਦਾ। ਇਹ ਵੀ ਲਿਖਿਆ ਪਾਤਸ਼ਾਹ ਨੇ, ਇਹ ਸ਼ਬਦ ਲਿਖਿਆ ਜੋਰੂ ਦੇ ਅਧੀਨ ਹੈ, ਅਤੇ ਉਹ ਇਵੇਂ ਅਸੀਂ ਐਸੀ ਇਸਤਰੀ ਇਕਰਾਮ ਉਪਾਈ, ਉਹਨ ਸਭ ਜਗ ਖਾਇਆ ਹਮ ਗੁਰ ਰਾਖੇ ਮੇਰੇ ਭਾਈ। ਹੁਣ ਤਾਂ ਗੁਰੂ ਵਾਲਾ ਬਣੋਗੇ ਤਾਂ ਉਹ ਤੋਂ ਬਚਾਅ ਹੋਊਗਾ, ਨਹੀਂ ਉਹ ਇਸਤਰੀ ਦੇ ਮਗਰ ਲੱਗੇ ਹੋਏ ਆ, ਮਹਾ ਮੋਹਣੀ ਦੇ ਮਗਰ ਲੱਗੇ ਆ। ਉਹਦੇ 5 ਪੁੱਤ ਨੇ ਅਤੇ ਉਹਦਾ ਬੜਾ ਪਰਿਵਾਰ ਹੈ, ਉਹ ਸਾਨੂੰ ਨਾ ਉਹਨੇ ਪ੍ਰੇਮ ਵਿਛੋਹਾ ਕਰਤ ਕਸਾਈ, ਸਾਡਾ ਰੱਬ ਨਾਲ ਪ੍ਰੇਮ ਤੋੜ ਦਿੱਤਾ ਉਹਨੇ, ਰੱਬ ਨਾਲੋਂ ਆਪਦੇ ਬਾਪ ਨਾਲੋਂ ਪ੍ਰੇਮ ਤੋੜ ਦਿੱਤਾ, ਮਾਂ ਪਿਓ ਨੂੰ ਪਿਓ ਟੁੱਟ ਗਿਆ ਅਤੇ ਸਾਡਾ ਨਾ ਵਿਛੋੜਾ ਹੋ ਗਿਆ, ਅਸੀਂ ਵਿਛੜ ਗਏ। ਅਤੇ ਨਾ ਜਿਵੇਂ ਨਾ ਅਸੀਂ ਕਹਿੰਦੇ ਇਹ ਕਸਾਇਣ ਨੇ, ਇਹ ਕਸਾਈ ਹੋ ਗਿਆ ਜਿਹੜਾ ਸਾਨੂੰ ਰੱਬ ਨੂੰ ਤੋੜ ਦੇਵੇ ਅਤੇ ਉਸ ਅਸੀਂ ਮਾਰ ਦੇਵੇ, ਉਹ ਕਸਾਈ ਹੋ ਗਿਆ, ਕਰਤ ਕਸਾਈ। ਨਿਰਦੇ ਜੰਤ ਤਿਸ ਦਇਆ ਨਾ ਪਾਈ, ਇਹਨਾਂ 5 ਦੂਤਾਂ ਦੇ ਅਤੇ ਮਹਾ ਮੋਹਣੀ ਦੇ ਅੰਦਰ ਪੂਰਾ ਵੀ ਦਇਆ ਨਹੀਂ ਆਉਂਦੀ ਵੀ ਇਹ ਰੱਬ ਦਾ ਪੁੱਤ ਸੀ, ਸ਼ਹਿਨਸ਼ਾਹ ਦਾ ਪੁੱਤ ਸੀ, ਮੈਂ ਇਹਨੂੰ ਕਿਉਂ ਅਧੀਨ ਕਰੀ ਬੈਠੀ ਹਾਂ। ਉਹਨਾਂ ਦੇ ਉਹਨੂੰ ਦਇਆ ਪਤਾ ਹੀ ਨਹੀਂ ਕੀ ਹੁੰਦੀ ਆ। ਉਹਨੇ ਬਸ ਇਹ ਸਮਝਦੀ ਆ ਵੀ ਹੁਣ ਮੈਂ ਇਹਨੂੰ ਬਾਪ ਨਾਲ ਨਹੀਂ ਮਿਲਣ ਦੇਣਾ, ਅੰਦਰੋਂ ਆਹ ਨੀਤ ਆ ਉਹਦੀ, ਮੈਨੂੰ ਬਾਪ ਨਾਲ ਨਹੀਂ, ਇਹ ਤਾਂ ਮੇਰੇ ਵੱਲ ਨੂੰ ਝਾਕੀ ਜਾਂਦਾ, ਮੇਰਾ ਹੁਕਮ ਚੱਲਦਾ। ਹੁਣ ਮਾਇਆ ਅਮਰ ਵਰਤਾਇਆ, ਜੋ ਹੁਕਮ ਕਰਦੀ ਉਹ ਅੰਦਰੋਂ, ਅਤੇ ਉਹ ਇੱਕ ਕੈਦ ਵਿੱਚ ਹੈ ਆਪਾਂ ਸਾਰੇ, ਇਹ ਨਹੀਂ ਵੀ ਕੋਈ ਹੋਰ, ਆਪਾਂ ਸਾਰੇ ਕੈਦ ਵਿੱਚ ਹੈ, ਇਹਦੀ ਸਰੀਰ ਦੀ ਕੈਦ ਆ, ਪਿੰਜਰਾ ਹੈ। ਮੈਂ ਨੇ ਸਾਨੂੰ ਬੰਦੀ ਬਣਾ ਲਿਆ, ਅੱਡ ਹੋ ਗਏ ਅਤੇ ਪਿੰਜਰੇ ਵਿੱਚ ਤੜ ਗਏ ਬਾਹਰਲੇ 'ਚ। ਜਗ ਬੰਦੀ ਮੁਕਤੇ ਹਉ ਮਾਰੀ, ਆਜ਼ਾਦ ਹੋਵਾਂਗੇ ਜਦੋਂ ਸਾਡੇ ਅੰਦਰੋਂ ਇਹ ਵਿਛੋੜਾ ਜਿਹੜਾ ਹਉਮੈ ਦਾ ਜਿਹੜੀ ਮੈਂ ਪਈ ਹੈ ਇਹ ਦੂਰ ਹੋ, ਉਦੋਂ ਸਾਡਾ ਰੱਬ ਨਾਲ ਅਸੀਂ ਆਜ਼ਾਦ ਹੋਵਾਂਗੇ। ਨਹੀਂ ਅਸੀਂ ਗੁਲਾਮੀ ਦੀ ਜ਼ਿੰਦਗੀ ਬਤੀਤ ਕਰ ਰਿਹਾ ਹਰੇਕ ਇਨਸਾਨ, ਅਤੇ ਇਹ ਨਾ ਗੁਲਾਮ ਇਹ ਇਹੀ ਜਿਹੀ ਹੈ, ਇਹ ਨਾ ਮੁੜ ਕੇ ਗੁਰੂ ਵਾਲਾ ਨਹੀਂ ਬਣ ਦਿੰਦੇ।
ना रब नूं मिलण दिंदी है। आ देखो, अनक जन्म बीतियन परमाई, एक जन्म नहीं हो गया। आ देखो पातशाह सानू समझाउंदा, पुत्रा अनेकां जन्म तूं एवें भरम दा शरीरां विच धक्के खांदा आ रिहा है। कर बास ना देवे दुत्तर माई, सानू अपने सचखंड घर दे विच ये माई जान ही नहीं दिंदी। आ हुण ट्राई की है, सतगुरां दे बण के, पहले सतगुर तो सानू घर नूं ले जाण नूं, तां ही असीं सतगुरां दे बणे। हुण इहदे तो इस दी गुलामी तो हटांगे, तां हटांगे जे असीं गुरु नानक दे गुलाम होवांगे। गुरु नानक आज़ादी दिवाउंदा है, आपदे पुੱਤ ਨੂੰ घरे लिजांदा है, ਇਹ सानू गुलामी दिवाउंदी है। ते सानू नाले तां इहने सजावां, अनक सजाई गणत ना आवे, इन्नियां सजावां दिवाउणीआं, सानू ये बड़ी प्यारी लगदी है। ते नाले 84 ਲੱਖ जून दियां साडे पिंजरे नहीं मुकने। देख लो, तां असीं गुरु वाले बनण दी लोड़ है। बाबा नानक सानू छड़ा सकदा, होर दुनिया च कोई नहीं छड़ा सकदा, कोई नहीं छड़ा सकदा। अखी परने जे पवां, देखा सब आकार। आ देखो सच्चे पातशाह सानू समझा दे, पुत्रा ते जे तू ना पैरां ना नहीं तुरे, तू सुरत दियां गां अखां ना तुरे, ते सारी तैनू आकार दिसण जेड़े बनाए होए। पुछो ज्ञानी पंडितां ਜਿਹੜੇ ਆਪਣੇ ਆਪ ਨੂੰ ਗਿਆਨੀ ਖਵਾਉਂਦੇ ਆ, ਗਿਆਨਵਾਨ ਖਵਾਉਂਦੇ ਆ, ਪੰਡਤ ਖਵਾਉਂਦੇ ਆ, ਪੁੱਛਾਂ ਵੇਦ ਵਿਚਾਰ ਸਾਰਿਆਂ ਨੂੰ ਜਾ ਕੇ ਤੂੰ ਪੁੱਛੇ ਇਉਂ ਤੁਰ ਕੇ, ਸਾਰੇ ਗਿਆਨੀਆਂ ਨੂੰ, ਸਾਰੇ ਪੰਡਤਾਂ ਨੂੰ, ਸਾਰੇ ਵੇਦਾਂ ਨੂੰ, ਸਾਰੇ ਧਾਰਮਿਕ ਪੁਸਤਕਾਂ ਨੂੰ, ਵੀ ਮੇਰਾ ਛੁਟਕਾਰਾ ਹੋ ਜੂ। ਇਹ ਪੁੱਛਦਾ ਫਿਰੇ ਵੀ ਮੈਨੂੰ ਉਹ ਘਰ ਦਿਸ ਪੂ, ਇਹ ਗੱਲ ਦੱਸ ਰਹੇ ਆ ਵੀ ਮੈਨੂੰ ਘਰ ਲੱਭ ਜੂ, ਮੈਨੂੰ ਕੋਈ ਘਰ ਲਵਾ ਦੂ। ਪੁੱਛਾਂ ਦੇਵ ਮਾਨਸਾ ਜੋਧਾਂ ਕਰ ਅਵਤਾਰ, ਮੈਂ ਨਾ ਦੇਵੀ ਦੇਵਤਿਆਂ ਨੂੰ ਵੀ ਪੁੱਛਾਂ, ਮੈਂ ਮਨੁੱਖਾਂ ਨੂੰ ਵੀ ਪੁੱਛਾਂ। ਦੁਨੀਆ ਬਹੁਤ ਮਨੁੱਖਾਂ ਮਗਰੋਂ ਪੁੱਛਦੀ ਹੈ ਵੀ ਰੱਬ ਸਾਨੂੰ ਜੀ ਤੁਹਾਨੂੰ ਸੱਚਖੰਡ ਮਿਲਾ ਦਿਆਂ। ਹਾਂ, ਤੇ ਮੈਂ ਜਿਹੜੇ ਬਲਵਾਨ ਪੁਰਖ ਨੇ, ਯੋਧੇ ਨੇ, ਸੂਰਬੀਰ ਨੇ, ਉਹਨਾਂ ਨੂੰ ਵੀ ਪੁੱਛਾਂ, ਜਿਹੜੇ ਅਵਤਾਰ ਹੋਏ ਨੇ, ਜਿਨ੍ਹਾਂ ਕੋਲ ਥੋੜ੍ਹੀ ਜਿਹੀ ਸ਼ਕਤੀ ਹੁੰਦੀ ਹੈ। ਅਵਤਾਰ ਨੇ 14 ਅਵਤਾਰ ਹੋਏ ਨੇ, ਤੇ ਉਹਨਾਂ ਨੂੰ ਵੀ ਪੁੱਛਾਂ, ਸਾਰਿਆਂ ਨੂੰ ਪੁੱਛਾਂ ਵੀ ਮੈਨੂੰ ਕਿਵੇਂ। ਫਿਰ ਸਿੱਧ ਸਮਾਧੀ ਸਭ ਸੁਣ, ਮੈਨੂੰ ਇਹ ਸਿੱਧ ਜੀ ਦੱਸਦੇ ਆ, ਕਹਿੰਦੇ ਅਸੀਂ ਰੱਬ ਨਾਲ ਮਿਲੇ ਆ, ਇਹ ਵੀ ਮੈਂ ਸੁਣੇ ਆ, ਸਮਾਧੀਆਂ ਲਾਉਂਦੇ ਆ, ਇਹਨਾਂ ਨੂੰ ਵੀ ਪੁੱਛਾਂ। ਜਾਂ ਦੇਖਾਂ ਦਰਬਾਰ ਵੀ ਤੁਸੀਂ, ਮੈਂ ਇਹਨਾਂ ਦੀਆਂ ਸਮਾਧੀਆਂ ਲਾ ਕੇ ਸੁਣ ਕੇ ਤੇ ਇਹਨਾਂ ਨੂੰ ਵੀ ਪੁੱਛਾਂ ਵੀ ਮੈਨੂੰ ਸੱਚਖੰਡ ਦਾ ਦਰਬਾਰ ਹੀ ਦਿਖਾ ਦਿਓ, ਕੋਈ ਦਿਖਾ ਦਿਓ। ਇਹ ਸਾਰਿਆਂ ਨੂੰ ਮੈਂ ਸਾਰਿਆਂ ਨੂੰ ਪੁੱਛਾਂ। ਅੱਗੇ ਸੱਚਾ, ਹੁਣ ਸੱਚੇ ਪਾਤਸ਼ਾਹ ਦਾ ਅੱਗੇ ਸੱਚਾ ਸੱਚ ਨਾਏ, ਨਿਰਭਉ ਨਿਰਭਉ ਭੈ ਨਾਹੀ ਸਾਰ। ਕਹਿੰਦੇ ਨਾ ਕਿਸੇ ਨੇ ਨਹੀਂ ਤੈਨੂੰ ਦਿਖਾਉਣਾ। ਸੱਚੇ ਪਾਤਸ਼ਾਹ ਦਾ ਦਰਬਾਰ ਜਿਹੜਾ ਹੈ, ਜਿਹੜਾ ਨਿਰਭਉ ਆ, ਕਿਸੇ ਤੋਂ ਨਹੀਂ ਡਰਦਾ। ਸਾਰੀ ਦੁਨੀਆ ਡਰ 'ਚ ਬੈਠੀ ਹੈ, ਜਿਹਨੂੰ ਕੋਈ ਭੈ ਨਹੀਂ ਹੈ। ਜਿਹੜਾ ਤੇਰਾ ਮੂਲ ਹੈ, ਸਾਰੇ ਜਗਤ ਦਾ ਮੂਲ ਹੈ, ਸਾਰ ਹੈ, ਉਹ ਤੈਨੂੰ ਸੱਚੇ ਨਾਮ ਨਾਲ ਦਿਖਾ ਸਕਦਾ ਹੈ। ਗਰਮੰਤਰ ਲੈਣ ਨਾਲ ਸੱਚਾ ਪਾਤਸ਼ਾਹ ਹੀ ਤੈਨੂੰ ਦਿਖਾ ਸਕਦਾ, ਉਹਦਾ ਨਾਮ ਹੀ ਤੈਨੂੰ ਦਿਖਾ ਸਕਦਾ ਹੈ। ਉਹ ਦਰਬਾਰ ਹੋਰ ਕੋਈ ਨਹੀਂ ਦਿਖਾ ਸਕਦਾ। ਹੋਰ ਕੱਚੀ ਮੱਤ, ਕੱਚ ਪਿੱਚ, ਹੋਰ ਸਾਰਿਆਂ ਦੀ ਕੱਚੀ ਮੱਤ, ਸੱਚੀ ਨਹੀਂ ਹੈ, ਸਾਰਿਆਂ ਦੀ ਝੂਠੀ ਮੱਤ, ਤੇ ਕੱਚ ਪਿੱਚ ਹੀ ਬੋਲਦੇ। ਸਤਿਗੁਰ ਕੀ ਰੀਸ ਹੈ, ਕੱਚ ਪਿੱਚ ਬੜੇ ਦੁਨੀਆ ਕਿਤਾਬਾਂ ਬਣਾਈ ਬੈਠੀ, ਸਭ ਕੱਚ ਪਿੱਚ ਬੋਲਦੇ। ਅੰਧਿਆਂ ਅੰਧ ਵਿਚਾਰ, ਸਾਰੇ ਅੰਨੇ ਨੇ। ਸਤਿਗੁਰ ਤੋਂ ਬਗੈਰ ਕੋਈ ਸਜਾਖਾ ਨਹੀਂ ਹੈ, ਸਭ ਅੰਨੇ ਆ। ਅੰਨੇ ਗੁਰੂ, ਅੰਧੇ ਗੁਰੂ ਤੋਂ ਪਰ ਅੰਨੇ ਗੁਰੂ ਤੇ ਭਰਮ ਨਾ ਜਾਈ। ਸਭ ਅੰਨਿਆਂ ਦੇ ਮਗਰ ਨਾ ਲੱਗੀ, ਚਾਹੇ ਮਨੁੱਖ ਆ, ਚਾਹੇ ਪੰਡਤ ਆ, ਚਾਹੇ ਗਿਆਨੀ ਆਪਣੇ ਆਪ ਨੂੰ ਖਵਾਉਂਦਾ, ਸਭ ਇਹ ਸਭ ਪਹਿਲੇ ਗਿਣਤੇ।
ਇਹਨਾਂ ਦੀ ਸਾਰੀਆਂ ਵਿਚਾਰਾਂ ਨਾ ਸੁਣੀ ਕਿਤੇ। ਇੱਕ ਸੱਚੇ ਪਾਤਸ਼ਾਹ ਦੇ ਲੜ ਲੱਗੀ ਤੇ ਸੱਚਾ ਨਾਮ ਜਪੀ ਤੇ ਸੱਚੇ ਦੀ ਵਿਚਾਰ ਜਿਹੜਾ ਸਾਰੀ ਦੁਨੀਆ ਨੂੰ ਨਿਰਭਉ ਆ। ਗੁਰ ਪੂਰਾ ਨਿਰਭਉ ਹੈ, ਜਨਮ ਮਰਨ ਜਮ ਡਰੇ ਉਤਾਰੇ। ਉਹ ਗੁਰੂ ਤੋਂ ਪੁੱਛੀ ਜਿਹਨੇ ਜਨਮ ਮਰਨ ਸਾਰਾ ਖਤਮ। ਕੋਈ ਨਹੀਂ ਜਨਮ ਮਰਨ ਤੇਰਾ ਖਤਮ ਕਰ ਸਕਦਾ, ਕੋਈ ਨਹੀਂ ਤੇਰਾ ਜਮਦੂਤ ਦਾ ਡਰ ਦੂਰ ਕਰ ਸਕਦਾ ਉਹ ਤੋਂ ਬਗੈਰ। ਦੇਖੋ ਪਾਤਸ਼ਾਹ ਸਾਨੂੰ ਸਮਝਾਤਾ। ਬਾਕੀ ਗਾ ਨਾਨਕ ਆ ਦੇਖੋ ਕਰਮੀ ਬੰਦਗੀ ਨਜ਼ਰ ਲੰਘਾਏ ਪਾਰ। ਪਾਤਸ਼ਾਹ ਕਹਿੰਦੇ ਸੁਣ ਲਾ, ਇਹ ਜਿਹੜਾ ਨਾ ਆ ਜਿਹੜੀ ਬੰਦਗੀ ਕਰਨੀ ਆ, ਅੱਲਾ ਦੀ ਬੰਦਗੀ ਜਿਹੜੀ ਕਰਨੀ ਆ, ਭਗਤੀ ਕਰਨੀ ਆ ਨਾ, ਇਹ ਨਾ ਬਖਸ਼ਿਸ਼ ਨਾ ਹੁੰਦੀ ਆ। ਐਵੇਂ ਨਾ ਸਮਝੀ ਵੀ ਮੈਂ ਬੰਦਗੀ ਆਪੇ ਹੀ ਲੱਗ ਜੂ ਕਰਨ, ਮੈਂ ਭਗਤੀ ਕਰਨ ਲੱਗ ਜੂ। ਬਹੁਤ ਦੁਨੀਆ ਆਪਣੇ ਆਪ ਨਗੁਰੇ ਕਰ ਜਾਂਦੀ ਆ ਭਗਤੀ, ਵੀ ਅਸੀਂ ਜੀ ਰੱਬ ਤੱਕ ਰੁਪੜ ਜਾਵਾਂਗੇ। ਮਹਾਰਾਜ ਕਹਿੰਦੇ ਬਖਸ਼ਿਸ਼ ਲੈ। ਪਹਿਲੀ ਬਖਸ਼ਿਸ਼ ਗੁਰੂ ਸਾਹਿਬ ਦੇ ਲੜ ਲੱਗਣਾ, ਨਾਮ ਦੀ ਬਖਸ਼ਿਸ਼ ਹੋਣੀ ਆ ਤੈਨੂੰ, ਸੱਚੇ ਨਾਮ ਦੀ, ਉਹਦੇ ਨਾਲ ਦਰਬਾਰ ਦਿਸਣਾ ਤੇ ਉਹ ਬਖਸ਼ਿਸ਼ ਲੈ। ਫਿਰ ਬਾਕੀ ਜਦੋਂ ਤੂੰ ਬਖਸ਼ਿਸ਼ ਲੈ ਲੇਗਾ, ਨਾਮ ਦੀ ਬੰਦਗੀ ਕਰੇਗਾ, ਭਗਤੀ ਕਰੇਗਾ। ਮਹਾਰਾਜ ਨੇ ਭਗਤੀ ਕਰਨ ਨੂੰ ਤਾਂ ਤੋਰਿਆ ਸੀ। ਪੁੱਤਰਾ ਮੇਰਾ ਸਭ ਤੋਂ ਵੱਡਾ ਹੁਕਮ ਆਰਡਰ ਕੀ ਹੈ? ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਇਹ ਤਾਂ ਹੁਣ ਸਤਿਗੁਰ ਨੇ ਆ ਕੇ ਦੱਸਤਾ ਵੇ, ਹੁਕਮ ਸਾਨੂੰ ਸਮਝਾਤਾ ਆ ਕੇ। ਓਏ ਆਹ ਹੁਕਮ ਮੈਂ ਤੈਨੂੰ ਕਿਹਾ ਸੀਗਾ ਤੇ ਇਹ ਹੁਕਮ ਤੂੰ ਮੰਨਿਆ? ਵਾਹਿਗੁਰੂ ਦਾ ਆਰਡਰ ਹੈ। ਆਰਡਰ ਕਿਤੇ ਮਾਮੂਲੀ ਬੰਦੇ ਦਾ ਨਹੀਂ ਹੈ। ਅਸੀਂ ਉਸ ਆਰਡਰ ਨੂੰ ਗਿਣਦੇ ਕੁਛ ਨਹੀਂ, ਹੁਕਮ ਨੂੰ ਗਿਣਦੇ ਕੁਛ ਨਹੀਂ। ਉਹ ਤਾਂ ਹੁਕਮ ਚੱਲਦਾ, ਉਹਦੇ ਹੁਕਮ ਤੋਂ ਬਾਹਰ ਕੱਖ ਵੀ ਨਹੀਂ ਹੋ ਰਿਹਾ। ਤੇ ਉਹ ਹੁਕਮ ਤੇ ਉਹਦੀ ਮਰਜ਼ੀ ਅਨੁਸਾਰ ਜਿਉਣਾ ਸੀ। ਗਾਂ ਰਜਾ ਭਾਣਾ ਇੱਥੇ ਹੌਲੀ ਹੌਲੀ ਆਉਣਾ ਸੀ ਅਸੀਂ ਵੀ ਸਭ ਕੁਝ ਸੱਚੇ ਪਾਤਸ਼ਾਹ ਤੇਰੀ ਮਰਜ਼ੀ ਆ, ਤੇ ਤੇਰੀ ਮਰਜ਼ੀ ਨਾਲ ਹੀ ਤੂੰ ਹੁਕਮ ਥੱਲੇ ਹੀ ਬਖਸ਼ਿਸ਼ ਕਰਦਾ ਹੈ। ਤੇਰਾ ਹੀ ਹੁਕਮ ਚੱਲਦਾ, ਤੇ ਤੋਂ ਬਖਸ਼ਿਸ਼ ਲੈਣ ਦੀ ਖਾਤਰ ਅਸੀਂ ਤਾਂ ਕੁਛ ਵੀ ਨਹੀਂ ਹਾਂ। ਤੇ ਬਾਕੀ ਇਹ ਤੂੰ ਫਿਰ ਗਾਂ ਨਜ਼ਰ ਕਰੇਗਾ ਤਾਂ ਉਦੋਂ ਤੂੰ ਸੱਚਖੰਡ ਜਾਣਾ ਹੈ। ਹੁਣ ਉਦੋਂ ਬਾਅਦ ਅੰਮ੍ਰਿਤਧਾਰੀ ਫਿਰ ਕਾਹਲੇ ਪੈ ਜਾਂਦੇ ਹਾਂ ਅਸੀਂ ਬਹੁਤ ਛੇਤੀ ਵੀ ਸੱਚੇ ਪਾਤਸ਼ਾਹ ਹੁਣੇ ਹੀ ਸਾਨੂੰ ਸੱਚਖੰਡ ਮਿਲ ਜੇ। ਤੇ ਸਾਡੇ ਅਸੀਂ ਇੰਨਾ ਚਿਰ ਦੇ ਰੱਬ ਨੂੰ ਵੱਖ ਹੋਏ, ਮਾਇਆ ਮੋਹਣੀ ਦੇ ਮਗਰ ਲੱਗੇ ਹੋਏ, ਤੇ ਅਸੀਂ ਬਕਾਰਾਂ ਦੇ ਮਗਰ ਲੱਗੇ ਹੋਏ, ਭਰੇ ਹੋਏ ਗੰਦੇ ਮੰਦੇ। ਤੇ ਹੁਣ ਉਹ ਅਸੀਂ ਬੜੀ ਛੇਤੀ ਭਾਲਦੇ ਹਾਂ। ਉੱਥੇ ਤਾਂ ਪਵਿੱਤਰ ਚਾਹੀਦੀ ਆਤਮਾ। ਤੇਰਾ ਪੁੱਤਰਾ ਗੰਦਾ ਹੀ ਬੜਾ ਹੋ ਗਿਆ, ਤੇ ਬੰਦਗੀ ਤੇ ਤੋਂ ਕਿਉਂ ਕਰਾਉਣ? ਤੇ ਤੋਂ ਬਾਰ-ਬਾਰ ਤੈਨੂੰ ਬੰਦਗੀ ਕਰਾਉਣੀ ਆ। ਤੂੰ ਸਾਰੀ ਮੱਤ ਪਾਪ ਧੋ, ਤੈਨੂੰ ਤੇ ਮੈਂ ਬਖਸ਼ਿਸ਼ ਤਾਂ ਕਰ ਦਿੱਤੀ। ਤੂੰ ਹੁਣ ਮੇਰੀ ਬਖਸ਼ਿਸ਼ ਨਾਲ ਇਹਨੂੰ ਜਪ, ਬੰਦਗੀ ਕਰ। ਤੇ ਬੰਦਗੀ ਕਰੇਗਾ ਤਾਂ ਜਦੋਂ ਤੈਨੂੰ ਮੈਨੂੰ ਪਤਾ ਲੱਗ ਗਿਆ ਨਾ ਵੀ ਮੇਰਾ ਪੁੱਤ ਹੁਣ ਮੇਰੀ ਮਰਜ਼ੀ ਅਨੁਸਾਰ ਹੀ ਉੱਠਦਾ ਹੈ, ਮੇਰੀ ਮਰਜ਼ੀ ਅਨੁਸਾਰ ਹੀ ਬੈਠਦਾ ਹੈ, ਮੇਰੀ ਮਰਜ਼ੀ ਅਨੁਸਾਰ ਸਾਰਾ ਦਿਨ ਮੈਨੂੰ ਯਾਦ ਕਰਦਾ ਹੈ, ਸਾਰਾ ਦਿਨ ਮੇਰੇ ਤੋਂ ਡਰਦਾ ਹੈ, ਮੇਰੇ ਹੁਕਮ ਤੋਂ ਸਾਰਾ ਦਿਨ ਮੈਨੂੰ ਪਿਆਰ ਕਰਦਾ ਹੈ। ਇਹਦੇ 'ਚ ਹੌਲੀ ਹੌਲੀ ਪੁੱਤ ਦੇ ਅੰਦਰੋਂ ਸਾਰੇ ਇਹ ਦੂਤ ਛੱਡਦੇ ਜਾਂਦੇ ਆ, ਤੇ ਮੈਂ ਵੀ ਇਹਨੂੰ ਹਟਾਵਾਂ, ਮੈਂ ਮਦਦ ਕਰਾਂ, ਨਾਲ ਮਦਦ ਕਰਦਾ ਹੈ। ਪਾਤਸ਼ਾਹ ਸਤਿਗੁਰ ਕੋਟ ਪੈਂਡਾ ਅੱਗੇ ਹੋਏ ਲੈ, ਤੇ ਇਉਂ ਸਾਡੀ ਮਦਦ ਕਰਦਾ ਹੈ। ਇੱਕ ਵਾਰ ਸਤਿਗੁਰ ਸਿਮਰਨ ਮਾਤਰ, ਸਤਿਗੁਰ ਮੰਤਰ ਸਿਮਰਨ ਮਾਤਰ, ਇੱਕ ਵਾਰ ਵਾਹਿਗੁਰੂ ਕਹੀਏ ਤੇ ਸਤਿਗੁਰ ਜਿਹੜਾ ਨਾ ਉਹ ਬਾਰ ਸਾਨੂੰ ਮੁੜ ਮੁੜ ਕੇ ਯਾਦ ਕਰਵਾਉਂਦਾ ਹੈ। ਦਾਨ ਦੀ ਚੇਤ ਹੈ। ਇੱਕ ਵਾਰ ਕਹੀਏ ਤੇ ਵਾਹਿਗੁਰੂ ਕਹਾਂ ਹੋਰ 10 ਵਾਰ ਯਾਦ ਕਰਾਉਂਦਾ। ਇੰਨੀ ਮਦਦ ਕਰਦਾ ਸਾਡੀ ਫਿਰ ਬੰਦਗੀ 'ਚ। ਲਿਜਾਊਗਾ ਹੁਣ ਜਿੱਦਣ ਉਹਦੀ ਨਜ਼ਰ ਹੋ ਉਦਣ ਪਾਰ। ਆਓ ਹੁਣ ਜਿਹੜਾ ਨੋਰਾ ਇਨਸਾਨ ਜਿਹੜਾ ਗੁਰੂ ਵਾਲਾ, ਆਪਾਂ ਦੇ ਹੁਣ ਗੁਰੂ ਸਾਹਿਬ ਉਹਨੂੰ ਝਿੜਕਾਂ ਵੀ ਬੜੀਆਂ ਦਿੰਦੇ ਨੇ। ਕਿਉਂ? ਮੇਰਾ ਪੁੱਤ ਸਤਿਗੁਰ ਦਾ ਨਹੀਂ ਬਣਦਾ। ਇਹ ਕੀ ਅਵਾਰਾ ਹੋ ਗਿਆ। ਹੁਣ ਜਿਹੜਾ ਗੁਰਬਾਣੀ ਪੜ੍ਹਨ ਲੱਗੂਗਾ ਉਹਨੂੰ ਇਹ ਝਿੜਕਾਂ ਵੀ ਪਤਾ ਲੱਗੂ। ਝਿੜਕਾਂ ਵੀ ਹੈ ਗੁਰੂ ਸਾਹਿਬ ਆਹ ਕਹਿੰਦੇ ਆ, ਸਾਨੂੰ ਇਹ ਪਤਾ ਹੀ ਨਹੀਂ ਲੱਗਦਾ। ਦੇਖੋ ਝਿੜਕਾਂ, ਜੇ ਕੁਲ ਕੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਭਈ ਮਤਾਰੀ। ਇਹ ਹੁਣ ਗੁਰੂ ਸਾਹਿਬ ਦੀਆਂ ਝਿੜਕਾਂ ਨੇ। ਜੇ ਗੁਰ ਝਿੜਕੇ ਤਾਂ ਮਿੱਠਾ ਲੱਗੇ। ਇਹ ਸਾਡੇ ਬਾਪ ਦੀਆਂ ਝਿੜਕਾਂ, ਜਿੱਤੇ ਤੋਂ ਵਿਛੜੇ ਆ। ਆਪਦਾ ਪੁੱਤਰਾ
ਅਵਾਰਾ ਹੋਇਆ ਫਿਰਦਾ। ਜਿਹੜੇ ਪੁੱਤ ਦੀ ਕੁੱਲ ਵਿੱਚ ਕੋਈ ਅੰਦਰੋਂ ਸਮਝ ਨਹੀਂ, ਅਗਿਆਨ ਹੈ, ਨਾ ਕੋਈ ਵਿਚਾਰ ਆ, ਮਹਾਰਾਜ ਕਹਿੰਦੇ ਆ, ਇਹ ਕਹਿੰਦੇ ਇਹਦਾ ਪਤੀ ਮਰ ਜਾਂਦਾ, ਇਹ ਵਿਧਵਾ ਹੋ ਜਾਂਦੀ, ਇਹ ਜੰਮਿਆ ਕਿਉਂ? ਜੇ ਨਰ ਰਾਮ ਭਗਤ ਨਹੀਂ ਸਾਧੀ, ਜੇ ਨਰ ਰਾਮ ਭਗਤ ਨਹੀਂ ਸਾਧੀ, ਜਿਹੜੇ ਪੁੱਤ ਨੇ ਭਗਤੀ ਨਹੀਂ ਕਰੀ, ਨਾ ਗੁਰੂ ਸਾਹਿਬ ਦਾ ਬਣਿਆ, ਜਨਮਤ ਕਸ ਨਾ ਮੁਆ ਅਪਰਾਧੀ, ਇਹ ਪਾਪੀ ਜਨਮਦਾ ਹੀ ਮਰ ਜਾਂਦਾ। ਆ ਦੇਖੋ ਝੜਕਾਂ ਕਿਹੋ ਜਿਹੀਆਂ। ਇਹ ਭਗਤੀ ਕਰਨ ਵਾਸਤੇ ਮੈਨੂੰ ਭੇਜਿਆ ਸੀ, ਮੇਰਾ ਹੀ ਪੁੱਤ ਸੀ, ਇਹ ਮਰ ਜਾਂਦਾ। ਪੁੱਤਰਾ ਤੂੰ, ਆਪਾਂ ਕਹਿ ਦਿੰਦੇ ਹਾਂ ਦੁਨਿਆਵੀ ਵੀ ਜੇ ਅਵਾਰਾ ਹੋ ਜਾਏ ਤਾਂ ਕਹਿ ਦਿੰਦੇ ਆ ਪੁੱਤਰਾ ਜਾ, ਤੂੰ ਮੇਰਾ ਨਹੀਂ ਹੈ। ਮਹਾਰਾਜ ਨੇ ਵੀ ਐਵੇਂ ਕਹਿ ਦਿੰਦੇ ਆ, ਜਿਹੜਾ ਮਹਾਰਾਜ ਦਾ ਨਹੀਂ ਬਣਦਾ ਉਹਨੂੰ ਮਹਾਰਾਜ ਐਵੇਂ ਹੀ ਕਹਿੰਦੇ ਆ, ਅਵਾਰਾ ਤੁਰਿਆ ਫਿਰਦਾ, ਤੱਕਿਆ ਮੇਰਾ ਨਹੀਂ ਹੈ, ਮੈਂ ਨਹੀਂ ਇਹਨੂੰ ਜਾਣਦਾ, ਮੇਰਾ ਕੋਈ ਸਾਕ ਨਹੀਂ ਹੈ। ਦੇਖ ਲਓ ਤੁਸੀਂ, ਬਿਨ ਨਾਵੇ ਕਿਆ ਸਾਕ, ਨਦਰ ਕਰੇ ਸੱਚ ਪਾਈਏ, ਬਿਨ ਨਾਵੇ ਕਿਆ ਸਾਕ। ਮੇਰੀ ਵੱਲ ਝਾਕਦਾ ਹੀ ਨਹੀਂ, ਇਹ ਮੇਰੀ ਨਜ਼ਰ ਥੱਲੇ ਆਉਂਦਾ ਹੀ ਨਹੀਂ, ਤੇ ਇਹਦਾ ਮੇਰਾ ਕੋਈ ਸਾਕ ਨਹੀਂ। ਆ ਦੇਖੋ ਕੀ ਕਹਿੰਦੇ, ਮੁਝ ਵਿੱਚ ਗਰਭ ਕੀਨ ਬਚਿਆ, ਬੁੱਢ ਭਜ ਰੂਪ ਜੀਵੇ ਜਗ ਮਜਿਆ। ਬਥੇਰੇ ਗਰਭ ਹਾਰ ਗਏ ਨੇ ਲੋਕਾਂ ਦੇ, ਤੇ ਇਹ ਕੋੜੀ ਜੰਮਿਆ, ਇਹ ਨਾ ਵਿੱਚੇ ਉੱਥੇ ਹੀ ਗਰਭ ਜੀ ਮਰ ਜਾਂਦਾ, ਚੰਗਾ ਸੀ। ਕਹੋ ਕਬੀਰ ਜੈਸੇ ਸੁੰਦਰ ਸਰੂਪ, ਨਾਮ ਬਿਨਾ ਜੈਸੇ ਐਸੇ ਕੁਬਜ ਕਰੂਪ। ਉਹ ਬਾਹਰੋਂ ਤਾਂ ਬੜਾ ਸਾਰਾ ਸਰੀਰ ਬੜੇ ਸੋਹਣੇ ਲੱਗਦੇ ਨੇ, ਪਰ ਅੰਦਰਲੇ ਪੁੱਤ ਨੂੰ ਗਾਲਾਂ ਦਿੰਦੇ ਆ ਪਾਤਸ਼ਾਹ, ਬਹੁਤ ਕਹਿੰਦੇ ਆ ਪੈੜਾ, ਕਹਿੰਦੇ ਤਾਂ ਪੈੜਾ ਕਰੂਪ ਗੰਦਾ ਮੇਰਾ ਪੁੱਤ, ਬਾਹਰੋਂ ਸੁੰਦਰ ਲੱਗਦਾ ਹੈ, ਅੰਦਰੋਂ ਤਾਂ ਇਹ ਪੈੜਾ ਹੈ। ਅੰਦਰਲੀ ਗੱਲ ਦੇਖਦੇ ਆ, ਉਹ ਅੰਦਰਲੇ ਪੁੱਤ ਦੀ ਗੱਲ, ਅੰਦਰਲੇ ਸਰੀਰ ਦੀ ਗੱਲ ਕਰ ਰਹੇ ਆ, ਜੀਵਾਤਮਾ ਦੇ। ਦੇਖੋ, ਜੇ ਕੋ ਬੁਲਾਵੇ, ਆ ਸੁਣੋ, ਭਾਈ ਸਾਹਿਬ ਦੱਸਣ ਲੱਗੇ, ਜੇ ਕੋ ਬੁਲਾਵੇ, ਕੋਈ ਕਹੇ ਕਿ ਸਵਾਨ, ਮਿਰਗ, ਸਰਪ, ਜੇ ਕਿਸੇ ਬੰਦੇ ਨੂੰ ਕਹਿ ਦੇ ਨਾ ਵੀ ਤੂੰ ਨਾ ਕੁੱਤਾ ਹੈ, ਕੂਕਰ ਹੈ, ਹਰਨ ਹੈ ਜਾਂ ਸੱਪ ਹੈ, ਇਉਂ ਕਹਿ ਦਈਏ, ਸੁਣਤ ਰਸਾਏ ਧਾਏ, ਗਾਰ ਮਾਰ ਦੀਜੀਏ। ਭਾਈ ਸਾਹਿਬ ਕਹਿੰਦੇ ਨਾ, ਉਹ ਜਦੋਂ ਸੁਣੂਗਾ ਨਾ, ਉਹ ਤੂੰ ਕੌਣ ਹੁੰਨਾ ਮੈਨੂੰ ਕੁੱਤਾ ਕਹਿਣ ਵਾਲਾ, ਤੂੰ ਮੈਨੂੰ ਕੌਣ ਹੁੰਨਾ ਸੱਪ ਕਹਿਣ ਵਾਲਾ ਓਏ। ਆਪਾਂ ਦੇਖ, ਕਹਿੰਦੇ ਨਾ ਉਹ ਗਾਲਾਂ ਵੀ ਕੱਢਦਾ ਮੂਹਰਿਓ, ਵੀ ਤੂੰ ਬੋਲਿਆ ਕਿ ਮੈਂ ਓਏ, ਇੱਥੋਂ ਤੱਕ ਤੈਨੂੰ ਕੁੱਟਣ ਸਾਈ ਵੀ ਆਊਗਾ। ਕਹਿੰਦੇ ਉਹ ਕੁੱਟਣ ਸਾਈ ਵੀ ਆਊਗਾ ਤੈਨੂੰ, ਵੀ ਇਹ ਤੂੰ ਭੈੜੇ ਮੈਨੂੰ ਸ਼ਬਦ ਬੋਲਦਾ ਓਏ। ਸਵਾਨ ਸੁਆਮ ਕਾਮ ਜਾਮਨੀ ਜਾਗਤ ਰਹੇ। ਕਹਿੰਦੇ ਨਾ ਉਹ ਜਦ ਕੂਕਰ ਹੈ, ਉਹਨੂੰ ਸਵਾਨ ਵੀ ਕਹਿੰਦੇ ਆ, ਉਹ ਮਾਲਕ ਦੀ ਨੌਕਰੀ ਕਰਦਾ ਹੈ, ਸਾਰੀ ਰਾਤ ਜਾਗਦਾ ਰਹਿੰਦਾ ਹੈ, ਪਹਿਰਾ ਦਿੰਦਾ ਹੈ। ਦੇਖੋ ਉਸ ਨਗੋਰੇ ਬੰਦੇ ਨੂੰ ਦੱਸਣ ਲੱਗੇ ਹੈ ਭਾਈ ਸਾਹਿਬ ਵੀ ਕਿੰਨਾ ਚੰਗਾ ਹੈ, ਸਾਰੀ ਰਾਤ ਭੌਂਕਦਾ, ਰਾਤੀ ਸਾਰੀ ਰਾਤ ਭੌਂਕ ਕੇ ਪਹਿਰਾ ਦਿੰਦੇ, ਦਿਨੇ ਰੂੜੀ ਤੇ ਸੁੱਤੇ, ਤੇ ਤੋਂ ਉੱਤੇ ਦਿਨੇ ਜਾ ਕੇ ਰੂੜੀ ਤੇ ਪੈ ਜਾਂਦੇ ਆ, ਪਰ ਦੁਬਾਰਾ ਨਹੀਂ ਛੱਡਦੇ। ਮਹਾਰਾਜ ਨੇ ਇਹ ਨਹੀਂ ਵੀ ਦੱਸਿਆ, ਇੱਕ ਜੀ ਦੱਸਿਆ ਵੀ ਤੇਰਾ ਜਿਹੜਾ ਸਰੀਰ ਹੈ ਉਹ ਸਵਾਨ ਤੇ ਸੂਕ ਕਰਦਾ ਹੈ, ਪਰ ਸਵਾਨ ਤੇਰੇ ਨੂੰ ਫੇਰ ਵੀ ਚੰਗਾ ਹੈ। ਸੁਆਮੀ ਕੇ ਗ੍ਰਹਿ ਜਿਉਂ ਸਦਾ, ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਬਦ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਅਸੀਂ ਮਾਲਕ ਦੀ ਇਹੋ ਜਿਹੀ ਨੌਕਰੀ ਕਰਦੇ ਹਾਂ। ਮਾਰੇ ਕਹਿੰਦੇ ਉਹ ਤਾਂ ਦਰ ਨਹੀਂ ਛੱਡਦਾ, ਤੂੰ ਦਰ ਛੱਡ ਕੇ 20 ਥਾਈਂ ਚਲਿਆ ਨਾ, ਕਦੇ ਬੰਦਿਆਂ ਮਗਰ ਤੁਰਿਆ ਫਿਰਦਾ, ਕਦੇ ਪੱਥਰਾਂ ਨੂੰ ਮੱਥੇ ਟੇਕਦਾ ਫਿਰਦਾ, ਕਦੇ ਕਿਤੇ ਟੇਕਦਾ ਫਿਰਦਾ, ਕਦੇ ਕਿਸੇ ਦੀ ਓਟ ਲੈਂਦਾ ਫਿਰਦਾ। ਤੇ ਇਹ ਸਾਰਿਆਂ ਕੋਲ ਕੀ, ਤੇ ਸਾਰੇ ਆਪ ਜਿਸ ਮਨੁੱਖ ਕਰੋ ਬਨਾਤੇ ਸੋ ਆਪਣੇ, ਦੁੱਖ ਭਰਿਆ ਤਾਂ ਆਪ ਦੁਖੀ ਆ, ਤੂੰ ਉਹਨਾਂ ਕੋਲ ਤੁਰਿਆ ਫਿਰਦਾ। ਨਾਦੇ ਸੁਨਾਏ ਮਿਰਗ ਹਾਂ ਦੀਜੀਏ, ਪ੍ਰਾਣ ਦੀਜੀਏ, ਕੀਜੀਏ।
ਜਿਹੜਾ ਨਾ ਮਿਰਗਾ ਹੈ ਉਹ ਨਾ ਘੰਡੇ ਹੇੜੇ ਦਾ ਸ਼ਬਦ ਨਾਲ ਹੋਰ ਉਹ ਐਡੇ ਤੇਜ਼ ਦੌੜਦਾ ਹੈ ਤੇ ਹੋਰ ਕਿਸੇ ਰਾਗ ਤੇ ਨਹੀਂ ਰੀਝਦਾ। ਸ਼ਿਕਾਰੀ ਨੂੰ ਪਤਾ ਹੈ ਵੀ ਇਹਦੀ ਕਮਜ਼ੋਰੀ ਆ ਹੈ। ਹਰੇਕ ਜਾਨਵਰ ਨੂੰ, ਮਨੁੱਖ ਨੂੰ ਕਮਜ਼ੋਰੀਆਂ ਦਾ ਪਤਾ ਤੇ ਉਹ ਕਮਜ਼ੋਰੀ ਕਰਕੇ ਜਾਨਵਰ ਨੂੰ ਕਾਬੂ ਕਰਦਾ ਹੈ। ਆਪ ਦੀਆਂ ਕਮਜ਼ੋਰੀਆਂ ਦਾ ਨਹੀਂ ਪਤਾ ਬੰਦੇ ਨੂੰ। ਆਪ ਉਹੀ ਕਮਜ਼ੋਰੀਆਂ ਦੇ ਉਹ ਬੰਦੇ ਦੇ ਅੰਦਰ ਨੇ ਸਾਰੀਆਂ। ਇਹ ਚਾਲਾਂ 84 ਲੱਖ ਜੂਨ ਤੇ ਵਰਤਦਾ ਹੈ। ਆਪ ਦਾ ਜਿਹੜੇ ਸ਼ਿਕਾਰੀਆਂ ਨੇ ਫੜਿਆ ਹੋਇਆ ਇਹਨੂੰ ਕਾਮ, ਕਰੋ, ਲੋਭ, ਹੰਕਾਰ ਵਾਲੇ ਨੇ, ਉਹ ਸ਼ਿਕਾਰੀਆਂ ਦਾ ਇਹਨੂੰ ਪਤਾ ਹੀ ਨਹੀਂ। ਉਹ ਤਾਂ ਉਦਣ ਦਾ ਸਹਿਮਿਆ ਪਿਆ, ਹਰ ਕੇ ਨਾਮ ਬਿਨਾਂ ਦੁੱਖ ਪਾਵੇ। ਵਾਹਿਗੁਰੂ ਦੇ ਨਾਮ ਤੋਂ ਬਿਨਾਂ ਤਾਂ ਇਹ ਦੁਖੀ ਹੈ। ਭਗਤ ਬਿਨ ਸਹਿਸਾ ਨਹੀਂ ਚੂਕੇ, ਗੁਰੇ ਭੇਦ ਬਤਾਵੇ। ਭਗਤੀ ਤੋਂ ਬਗੈਰ ਕਿਸੇ ਬੰਦੇ ਦਾ ਅੰਦਰੋਂ ਸਹਿਮ ਨਹੀਂ ਮੁੱਕਦਾ। ਜਿੱਦਣ ਦੇ ਆਪਾਂ ਰੱਬ ਨੂੰ ਵੱਖ ਹੋਏ ਹਾਂ, ਜਿੱਦਣ ਦੇ ਮਾਇਆ ਮੋਹਣੀ ਦੇ ਮਗਰ ਲੱਗੇ ਹਾਂ, ਮੈਨੂੰ ਦੱਸ ਦਿਓ ਕੋਈ ਸੁਖੀ ਆ। ਅਸੀਂ ਆਪਦੇ ਵਾਲੀ ਝਾਤੀ ਮਾਰਦੇ ਹਾਂ, ਕਿਸੇ ਵੱਲ ਕੀ ਲੈਣਾ ਹੈ। ਸਾਰਾ ਦਿਨ ਸਾਨੂੰ ਡਰ ਸਹਿਮ ਦੇ ਵਿੱਚ ਜ਼ਿੰਦਗੀ ਬਤੀਤ ਹੋ ਰਹੀ ਹੈ। ਸਾਨੂੰ ਇਉਂ ਆ ਬਈ ਨਾ, ਜਿਵੇਂ ਨਾ ਇਹ ਉਦਾਹਰਨ ਦਿੱਤੀ ਹੋਈ ਆ ਪਾਤਸ਼ਾਹ ਨੇ, ਜਿਵੇਂ ਸ਼ਹਿਆ ਨਾ ਉਹਦੇ ਮਗਰ ਬਹੁਤ ਸ਼ਿਕਾਰੀ ਲੱਗੇ ਹੋਣ, ਉਹ ਵਿਚਾਰਾ ਕਦੇ ਕਿਤੇ ਜਾਨ ਲਕਾਉਂਦਾ ਹੈ, ਕਦੇ ਕਿਤੇ ਜਾਨ ਲਕਾਉਂਦਾ ਹੈ। ਸਾਡਾ ਉਹ ਹਾਲ ਹੈ, ਸਾਡਾ ਉਹ ਹਾਲ ਆ ਪਾਤਸ਼ਾਹ, ਸਾਡਾ ਹਾਲ ਆ ਉਹ। ਸ਼ਹਿ ਵਾਂਗੂ ਅਸੀਂ ਵੀ ਕਿਤੇ ਲੁਕਣ ਨੂੰ ਫਿਰਦੇ ਹਾਂ, ਪਰੰਤੂ ਉਹ ਫਿਰ ਲੱਭ ਲੈਂਦੇ ਆ। ਰਾਖ ਪਿਤਾ ਪਰਮ ਮੇਰੇ, ਪੰਚ ਬਖਾਦੀ ਏਕ ਗਰੀਬਾ ਰਾਖੋ ਰਾਖਣ ਹਾਰੇ, ਖੇਦ ਕਰੇ ਔਰ ਬਹੁਤ ਸੰਤਾਵੇ। ਸਾਰਾ ਦਿਨ ਸੰਤਾਉਂਦੇ ਹਨ, ਤਾਂ ਸਾਰਾ ਦਿਨ ਡਾਂਗਾ ਮਾਰਦੇ ਸਾਡੇ, ਸਾਨੂੰ ਆਪਦਾ ਪਤਾ ਹੀ ਨਹੀਂ। ਅਸੀਂ ਸ਼ਹਿ ਵਾਂਗੂ ਨਾ ਜ਼ਿੰਦਗੀ ਬਤੀਤ ਕਰਦੇ ਹਾਂ। ਮਰ ਗਏ ਹੋਏ, ਇੱਧਰੋਂ ਸਰੀਰ ਨੂੰ ਰੋਗ ਨਾ ਲੱਗ ਜੇ। ਅੱਜ ਸਾਰਾ ਸੰਸਾਰ ਸਹਿਮਿਆ ਪਿਆ, ਕਿਤੇ ਕਰੋਨਾ ਨਾ ਮੈਨੂੰ ਆ ਜੇ, ਕਰੋਨਾ ਨਾ ਲੱਗ ਜੇ। ਆ ਕਰੋਨਾ ਕਿਤੇ ਦੇਖਿਆ ਗਿਆ ਨਹੀਂ, ਕਿਸੇ ਨੇ ਦੇਖਿਆ ਅੱਜ ਤੱਕ, ਪਰ ਸਹਿਮ ਪੈ ਗਿਆ। ਸਹਿਸੇ ਦਾ ਪਤਾ ਲੱਗ ਗਿਆ। ਸਹਿਸੇ ਜਿਉ ਮਲੀਨ ਹੈ, ਜਿੰਨਾ ਜੇ ਤੂੰ ਕਰਦਾ ਹੈ, ਨਿਰਭਉ ਦਾ ਪੁੱਤ ਹੈ, ਤੂੰ ਸਹਿਸਿਆਂ 'ਚ ਜ਼ਿੰਦਗੀ ਬਤੀਤ ਕਰਦਾ, ਸਹਿਮਿਆ ਪਿਆ। ਡਰ ਲੱਗਦਾ ਹੈ, ਮਰਨ ਤੋਂ ਡਰ ਲੱਗਦਾ ਹੈ, ਘਾਟੇ ਤੋਂ ਡਰ ਲੱਗਦਾ ਹੈ, ਆਪ ਦੀਆਂ ਚੀਜ਼ਾਂ ਮੈਂ ਮੇਰੀ ਛੱਡਣ ਨੂੰ ਜੀ ਨਹੀਂ ਕਰਦਾ, ਉਹ ਤੋਂ ਡਰ ਲੱਗਦਾ ਕੋਈ ਚੀਜ਼ ਟੁੱਟ ਨਾ ਜਾਵੇ, ਕੋਈ ਨੁਕਸਾਨ ਨਾ ਹੋ ਜਾਏ, ਮੇਰਾ ਪੈਸਾ ਨਾ ਚਲੇ ਜਾਏ, ਮੇਰੇ ਤੋਂ ਕੋਈ ਮੈਨੂੰ ਕੋਈ ਵਡਿਆਈ ਚਾਹੁੰਦਾ ਅੰਦਰੋਂ। ਵਡਿਆਈ ਪਤਾ ਨਹੀਂ ਕਿੱਥੇ ਇਹਨੂੰ ਵਡਿਆਈ, ਲੋਕਾਂ ਦੀ ਇੱਥੋਂ ਤਾਂ ਆਪ ਦੁਖੀ ਹੈ, ਤਾਂ ਆਪ ਸੰਸਾਰ ਦੁਖੀ ਹੈ, ਇੱਥੋਂ ਵਡਿਆਈ ਕੀ ਭਾਲਦਾ ਤੂੰ। ਗੁਰੂ ਪਾਤਸ਼ਾਹ ਸਾਨੂੰ ਸਮਝਾਉਂਦੇ ਆ, ਭਗਤੀ ਤੋਂ ਬਗੈਰ, ਬੰਦਗੀ ਤੋਂ ਬਗੈਰ ਇਹ ਤੇਰਾ ਸਹਿਮ ਨਹੀਂ ਮੁੱਕਣਾ। ਗੁਰ ਇਹ ਭੇਦ ਬਤਾਵੇ। ਕਹਾਂ ਪਏ ਹੋ, ਆ ਸ਼ਬਦ ਪੂਰਾ ਕਰ ਲਿਆ, ਕਹਾਂ ਪਏ ਹੋ ਤੀਰਥ ਵਰਤ ਕੀਏ। ਫਿਰ ਇਹਨਾਂ ਦੀ ਖਰਤ ਤੀਰਥਾਂ ਤੇ ਜਾਂਦਾ ਹੈ, ਵਰਤ ਰੱਖਦਾ ਹੈ, ਰਾਮ ਸ਼ਰਨ ਨਹੀਂ ਆਵਾ, ਗੁਰੂ ਸਾਹਿਬ ਦਾ ਅੰਮ੍ਰਿਤ ਨਹੀਂ ਛਕਦਾ, ਗੁਰੂ ਨਾਨਕ ਦਾ ਨਹੀਂ ਬਣਦਾ। ਹੁਣ ਤੀਰਥਾਂ ਤੇ ਜਾਂਦਾ ਹੈ, ਵਰਤ ਰੱਖਦਾ ਹੈ, ਬੜੇ ਸਾਧਨ ਕਰਦਾ ਹੈ, ਜੋਗ ਜਗ ਨਿਫਲ ਕਰ ਜਾ ਮਾਨੋ। ਫਿਰ ਜੋਗੀਆਂ ਦੇ ਮਗਰ ਲੱਗ ਜਾਂਦਾ ਹੈ, ਕਦੇ ਕਿਸੇ ਮੱਤ ਦੇ ਮਗਰ ਲੱਗ ਜਾਂਦਾ ਹੈ, ਕਦੇ ਕਿਸੇ ਦੇਹਧਾਰੀਆਂ ਦੇ ਮਗਰ ਲੱਗ ਜਾਂਦਾ ਹੈ ਸਹਿੰਸਾ ਮੁਕਾਉਣ ਲਈ। ਫਿਰ ਜੱਗ ਕਰਦਾ ਹੈ, ਲੰਗਰ ਲਾ ਦਿੰਦਾ ਹੈ। ਮਾਰੇ ਕਹਿੰਦੇ ਸਾਰੇ ਨਿਫਲ ਨੇ ਜੋ ਪ੍ਰਭ ਕੋ ਬਰਸਰਾਵੇ। ਰੱਬ ਨੂੰ ਤਾਂ ਭੁੱਲਿਆ ਫਿਰਦਾ, ਉਹਦੇ ਬਾਪ ਨੂੰ ਤਾਂ ਭੁੱਲਿਆ ਫਿਰਦਾ। ਇਹ ਕੀ ਕਰਦਾ ਫਿਰਦਾ ਤੂੰ ਬੰਦੇ? ਸਭ ਨਿਫਲ ਨੇ, ਰਾਮ ਸ਼ਰਨ ਤਾਂ ਆਉਂਦਾ ਹੀ ਨਹੀਂ। ਮਾਨ ਮੋਹ ਦੋ ਕੋ ਪਰ ਹਰ ਗੋਬਿੰਦ ਗੁਣ ਗਾਵੇ। ਹੁਣ ਗੁਰੂ ਸਾਹਿਬ ਦੀ ਸ਼ਰਨ ਆ, ਤੇ ਇੱਕ ਤੇਰੇ ਅੰਦਰ ਅਭਿਮਾਨ, ਹੰਕਾਰ, ਮਾਣ, ਅਭਿਮਾਨ ਸਾਰੇ ਅੰਦਰ ਨੇ। ਇੱਕ ਤੇਰੇ ਅੰਦਰ ਮੋਹ ਪਿਆ ਹੋਇਆ ਸਾਰਾ ਮਾਇਆ ਦਾ, ਤੇ ਇਹ ਦੋਵੇਂ ਹੰਕਾਰ ਹਉਮੈ ਦਾ ਉਹ ਸਾਰਾ ਪੁੱਤ ਹੈ ਸਾਰਾ, ਇਹ ਦੋਹੇ ਪਰੇ ਕਰ ਤੇ ਸਾਰਾ ਦਿਨ ਗੁਰੂ ਸਾਹਿਬ ਦੇ ਧਿਆ। ਕਹੋ ਨਾਨਕ ਇਹ ਵਿਦ ਜੋ ਜੀਵਨ ਮੁਕਤ ਸੋਊ ਕਹਾਵੇ। ਆ ਵਿਧੀ ਆ ਤਰਨ ਦੀ, ਆ ਤੂੰ ਜਿਉਂਦਾ ਹੀ ਮੁਕਤ ਹੋ ਜਾਏਗਾ, ਪਰੰਤੂ ਹੰਕਾਰ ਦੂਰ ਕਰ, ਮੋਹ ਦੂਰ ਕਰ। ਦੋਵੇਂ ਦੂਤ ਬੜੇ ਪਏ, ਉਹ ਤੋਂ ਗਾਂ ਹੈ ਦੂਤ ਪੈਦਾ ਹੋਏ ਨੇ। ਬਾਕੀ
ਜੇ ਹੰਕਾਰ ਨਾ ਹੋਵੇ ਬੰਦੇ ਦੇ ਅੰਦਰ, ਰੱਬ ਨੂੰ ਅੱਡ ਹੀ ਨਹੀਂ ਹੁੰਦਾ। ਹਉਮੈ ਅੱਡ ਹੀ ਨਹੀਂ ਕਰਦਾ। ਹੰਕਾਰ ਕਰਕੇ ਤੁਹਾਡਾ ਹਰ ਚੀਜ਼ ਦਾ ਹੰਕਾਰ ਭਰੀ ਬੈਠਾ ਹੈ, ਇਹਦੀ ਕੋਈ ਵੀ ਨਹੀਂ, ਇਹ ਪਰੇ ਨਹੀਂ ਕਰਦਾ। ਹੰਕਾਰ ਕੱਢਣਾ ਨਹੀਂ ਚਾਹੁੰਦਾ, ਹੰਕਾਰ ਇੱਥੇ ਵਧਾਉਂਦਾ ਹੈ। ਮੇਰਾ ਹੀ ਹੁਕਮ ਚੱਲੇ ਦੁਨੀਆ 'ਤੇ, ਮੇਰਾ ਹੀ ਹੰਕਾਰ ਦੇਖੋ ਕਿ ਮੇਰਾ ਹੀ ਪਰਿਵਾਰ ਦੇ ਹੁਕਮ ਚੱਲੇ, ਮੇਰੀ ਗੱਲ ਮੰਨੇ ਕੋਈ। ਮੈਂ ਹਰੇਕ ਨੂੰ ਮੰਨ ਕੇ ਤੇ ਕਹਿੰਦਾ ਮੇਰੀ ਗੱਲ ਮੰਨ ਤੂੰ, ਮੈਂ ਸਿਆਣਾ ਵਾਂ। ਇਹ ਹੰਕਾਰ ਆ, ਨਿੱਕੇ ਤੋਂ ਨਿੱਕਾ ਹੰਕਾਰ ਅਸੀਂ ਸਿਆ। ਫਿਰ ਜੇ ਮਾੜਾ ਜਿਹਾ ਦੋ ਲਫ਼ਜ਼ ਆ ਜਾਂਦੇ ਆ ਗਿਆਨ ਦੇ, ਮੇਰੇ ਵਰਗਾ ਗਿਆਨੀ ਕੋਈ ਨਹੀਂ, ਮੇਰੇ ਵਰਗਾ ਭਗਤ ਕੋਈ ਨਹੀਂ, ਇਹ ਸਭ ਹੰਕਾਰ। ਜੋ ਜਾਣੇ ਹੋ ਭਗਤ ਗਿਆਨੀ, ਆਗੇ ਠਾਕਰ ਤਿਲ ਨਹੀਂ ਮਾਨੀ। ਅੱਗੇ ਵਾਹਿਗੁਰੂ ਨੇ ਭੋਰਾ ਵੀ ਤੇਰੀ ਨਹੀਂ ਮੰਨਣੀ। ਆਓ ਕੀਜੀਏ। ਉਹਨਾਂ ਕੰਡੇ ਹੇੜੇ ਦੇ ਸ਼ਬਦ ਤੇ ਹਰਨ ਆਪਦੇ ਪ੍ਰਾਣ ਦੇ ਦਿੰਦਾ ਹੈ, ਮਰ ਜਾਂਦਾ ਹੈ। ਉੱਥੇ ਪ੍ਰਾਣ ਕੀ ਦਿੰਦਾ, ਉਹਦੇ ਮੂਹਰੇ ਆ ਖੜਦਾ। ਇੰਨਾ ਉਹ ਸ਼ਬਦ ਦੇ ਅਧੀਨ ਹੋ ਜਾਂਦਾ ਹੈ। ਗੱਲ ਦੱਸਣ ਲੱਗੇ ਤੇ ਆਪਦੇ ਪ੍ਰਾਣ ਤਾਂ ਹੀ ਦੇ ਦਿੰਦਾ ਹੈ। ਕੂਕਰ ਜਿਹੜਾ ਆਪਦੇ ਸੁਆਮੀ ਦੀ ਖਾਤਰ ਤੇ ਸਾਰੀ ਰਾਤ ਪਹਿਰਾ ਦਿੰਦਾ ਰਹਿੰਦਾ, ਜਾਗਦਾ ਹੀ ਰਹਿੰਦਾ, ਸੌਂਦਾ ਨਹੀਂ। ਧੁਨ ਮੰਤਰ ਪੜ੍ਹ, ਧੁਨ ਮੰਤਰ ਪੜ੍ਹ। ਸਰਪ ਅਰਪ ਤਨ ਮਨ ਦੇਤ। ਜਦੋਂ ਨਾ ਉਹ ਬੀਨ ਵਜਾਉਂਦਾ ਯੋਗੀ, ਗਾਲਡੂ ਮੰਤਰ ਪੜ੍ਹਦਾ ਹੈ, ਉਹਦੀ ਜਦੋਂ ਧੁਨੀ ਸੁਣਦਾ ਹੈ, ਸੱਪ ਨਾ ਸਾਹ ਉਹਦੇ ਕੋਲੇ ਆ ਕੇ ਖੜ ਜਾਂਦਾ ਹੈ। ਦੰਤ ਹੰਤ ਉਹਦੇ ਦੰਦ ਉਹਨੂੰ ਫੜ ਲੈਂਦਾ ਤੇ ਉਹਨੂੰ ਉਹਦੇ ਦੰਦ ਵੀ ਤੋੜਦਾ। ਹੋਤ ਗੋਤ ਤੇ ਕਈ ਨਗੁਰੇ ਜਿਹੜੇ ਸੱਪ ਉਹ ਫੜੇ ਨਹੀਂ ਜਾਂਦੇ ਤੇ ਉਹਨਾਂ ਨੂੰ ਵਾਸਤਾ ਪਾਉਂਦਾ, ਗੁਰੂ ਵਾਲਾ ਬਣ ਕੇ ਆ ਕੇ ਬਾਹਰ ਆ ਜਾ। ਉਹਨੂੰ ਗੋਤ ਦੀ ਗਹਿ ਲੀਜੀਏ, ਉਹ ਗੋਤ ਦੀ ਲਾਜ ਰੱਖਦਾ ਹੋਇਆ ਉਹ ਵੀ ਬਾਹਰ ਆ ਜਾਂਦਾ। ਉਹਨੂੰ ਵੀ ਸੱਪ ਫੜ ਕੇ ਪਟਾਰੀ 'ਚ ਪਾ ਦਿੰਦਾ। ਪਰ ਨਗੁਰਾ ਨਾ ਗੁਰੂ ਦੀ ਪਟਾਰੀ 'ਚ ਨਹੀਂ ਆਉਂਦਾ, ਉਹਨੂੰ ਫੜ ਕੇ ਉਹ ਲੈ ਜਾਂਦਾ। ਹੁਣ ਭਾਈ ਸਾਹਿਬ ਦੱਸਣ ਲੱਗੇ, ਮੋਹ ਨਾ ਭਗਤ ਭਾਵ ਮੇਰੇ 'ਚ ਸੱਚੇ ਪਾਤਸ਼ਾਹ, ਨਾ ਤਾਂ ਮੇਰੇ 'ਚ ਤੇਰੇ ਵਾਲਾ ਜਿਹੜਾ ਕੂਕਰ ਵਾਲਾ ਪਿਆਰ ਹੈ ਉਹ ਹੈਗਾ, ਭਗਤੀ ਹੈ ਹੀ ਨਹੀਂ ਮੇਰੇ ਅੰਦਰ। ਪ੍ਰੇਮਾ ਭਗਤੀ ਇੰਨੀ, ਇਹਨਾਂ ਮੈਨੂੰ ਪ੍ਰੇਮ ਹੀ ਨਹੀਂ ਸਵਾਮੀ ਨੂੰ। ਮੈਂ ਤਾਂ ਸਵਾਮੀ ਨੂੰ ਕੁਛ ਵੀ ਨਹੀਂ ਸਮਝਦਾ, ਮੈਂ ਤਾਂ ਸੁੱਤਾ ਹੀ ਰਹਿਣਾ, ਮੈਂ ਤਾਂ ਹੋਰ ਹੀ ਕੰਮਾਂ 'ਚ ਧੰਦਿਆਂ 'ਚ ਲੱਗਾ ਰਹਿਣਾ। ਮੈਨੂੰ ਤਾਂ ਪ੍ਰੇਮਾ ਆਉਂਦਾ ਹੀ ਨਹੀਂ ਤੇਰੀ ਭਗਤੀ, ਜਿਵੇਂ ਸਵਾਨ ਵਾਂਗੂ ਮੈਂ ਨੌਕਰੀ ਕਰਦਾ ਹੀ ਨਹੀਂ ਤੇਰੀ। ਸ਼ਬਦ ਸੁਰਤਹੀਨ ਨਾ, ਮੈਨੂੰ ਸ਼ਬਦ ਸੁਣਦਾ ਜਿਵੇਂ ਤੇ ਉਹਦੇ ਅਧੀਨ ਹੋ ਕੇ ਮੇਰੀ ਸੁਰਤ ਉਹ ਵੀ ਅਧੀਨ, ਉਹ ਵੀ ਸੁਰਤ ਨਹੀਂ, ਸ਼ਬਦ ਨਹੀਂ ਸੁਣਦੀ ਮੇਰੇ ਵਾਂਗੂ। ਮੇਰੀ ਵੀ ਮੈਨੂੰ ਪ੍ਰਾਣ ਦੇ ਦੇਣੇ ਚਾਹੀਦੇ ਉੱਥੋਂ। ਇਹ ਹਾਲਤ ਮੇਰੀ ਹੈ, ਮੈਂ ਕਿਸੇ ਦੀ ਨਹੀਂ ਕਰਦਾ। ਸਾਨੂੰ ਪਾਤਸ਼ਾਹ ਸੱਚੇ ਪਾਤਸ਼ਾਹ ਝਟਕਾਂ ਦੇ ਕੇ ਬੰਦਾ ਬਣਾਉਂਦੇ ਆ। ਸ਼ਬਦ ਸੁਰਤਹੀਨ ਹੈਂ, ਗੁਰ ਉਪਦੇਸ਼ ਬਿਨ ਤਿਰਗ ਜਗ ਜੀ ਜੀਏ। ਮਹਾਰਾਜ ਕਹਿੰਦੇ 100 ਵਾਰ ਫਿੱਟ ਲਾਣਤ ਇਹੋ ਜਿਹੇ ਇਨਸਾਨ ਦੇ, ਜਿਹੜਾ ਨਾ ਤਾਂ ਗੁਰੂ ਦਾ ਉਪਦੇਸ਼ ਗੁਰਮੰਤਰ ਲੈਂਦਾ, ਨਾ ਗੁਰਮੰਤਰ ਸੁਣ ਕੇ ਸਾਪਾਂ ਨੂੰ ਤਨ ਮਨ ਦਿੰਦਾ, ਨਾ ਗੁਰੂ ਦੀ ਪਟਾਰੀ ਚਾਹੁੰਦਾ, ਨਾ ਸ਼ਬਦ ਸੁਰਤਹੀਨ, ਨਾ ਸੁਰਤ ਸਾਰਾ ਦਿਨ ਸ਼ਬਦ ਦੇ ਨਾਲ ਜੁੜਦੀ ਹੈ, ਨਾ ਉਹਦੇ ਅਧੀਨ ਹੋ ਕੇ ਆਪਦੀ ਸਾਰਾ ਕੁਰਬਾਨ ਕਰ ਦਿੰਦਾ ਜਿਵੇਂ ਮਿਰਗ ਕਰਦਾ, ਨਾ ਭਗਤੀ ਕਰਦਾ ਸੱਪ ਵਾਂਗੂ, ਦੂਏ ਸਵਾਨ ਵਾਂਗੂ, ਕੂਕਰ ਵਾਂਗੂ। ਉਹ ਤਾਂ ਦਰ ਹੀ ਨਹੀਂ ਛੱਡਦਾ, ਅਸੀਂ ਤਾਂ ਦਰ ਛੱਡ ਕੇ ਉਹ ਜਾਂਦੇ ਹਾਂ। ਅਤੇ ਇਹ ਤਾਂ ਤਿੰਨੇ ਨੁਕਸ। ਅਤੇ ਉਹ ਜੇ ਕਹਿ ਦਈਏ ਵੀ ਤੂੰ ਸੱਪ ਹੈ, ਕੂਕਰ ਹੈ, ਤੂੰ ਮਿਰਗ ਹੈ, ਤਾਂ ਬੜਾ ਗੁੱਸਾ ਬਾਹਰੋਂ ਚੜ੍ਹਦਾ ਹੈ, ਪਰੰਤੂ ਅੰਦਰੋਂ ਸਾਰਿਆਂ ਤੋਂ ਹੀ ਹੀਣ ਹੈ। ਸਾਰੇ ਮੇਰੇ ਨਾਲੋਂ ਚੰਗੇ ਨੇ, ਸਾਰੇ ਮੇਰੇ ਨਾਲੋਂ ਚੰਗੇ ਨੇ। ਦੇਖੋ ਪਾਤਸ਼ਾਹ ਕੀ ਸਾਨੂੰ ਕਹਿੰਦੇ ਆ। ਗੁਰੂ ਪਾਤਸ਼ਾਹ ਚਲੋ ਅੱਗੇ ਦੂਆ ਵਿਚਾਰ ਆਪਾਂ ਫੇਰ ਵੀ ਬੰਦਗੀ ਉਸ ਵਾਹਿਗੁਰੂ ਦੀ ਅੱਲਾ ਦੀ ਕਰਨੀ ਹੈ। ਅਤੇ ਫਿਰ ਪਾਤਸ਼ਾਹ ਨੇ ਸਾਨੂੰ ਸਮਝਾ ਦਿੱਤਾ ਵੀ ਨਗੁਰਾ ਮਤਲਬ ਨਗੁਰੇ ਕਰਕੇ ਵੱਡੇ ਭਾਗੇ ਸਰੀਰ ਪਾਇਆ। ਇਹ ਸਾਨੂੰ ਮਨੁੱਖਾ ਜਨਮ ਵੱਡੇ ਭਾਗਾਂ ਨਾਲ ਮਿਲਿਆ। ਮਾਨਸ ਜਨਮ ਸ਼ਬਦ ਚਿੱਤ ਲਾਇਆ, ਆਹ ਸਾਡਾ ਨਿਸ਼ਾਨਾ ਸੀ। ਬਿਨ ਸ਼ਬਦੇ ਸਭ ਅੰਧ ਅੰਧੇਰਾ, ਅੰਨਾਂ ਨੇ ਅੰਦਰ ਸਾਨੂੰ ਨਹੀਂ ਚਾਨਣ ਹੋਣਾ, ਸਾਨੂੰ ਨਹੀਂ ਦਿਸਣਾ ਕੁਛ ਗੁਰਮ ਕਿਸੇ ਬਜਾਏ ਦਾ। ਇੱਕ ਕਿਤ ਆਏ, ਹੁਣ ਇਹ ਤਾਂ ਗੁਰਮੁਖ ਆਦਮੀ ਆ,
ਜਿਹਨਾਂ ਉਹ ਲਾਉਣਾ ਤਾਂ ਆਇਆ ਸੀ ਉਹਨੇ, ਉਹ ਤੋਂ ਪਤਾ ਲੱਗ ਗਿਆ ਇਹ ਗੁਰਮੁਖ ਕੋਈ ਵੀ ਗੱਲ ਬੁੱਝੂ ਵੀ ਕੰਮ ਤਾਂ ਆਇਆ। ਇੱਕ ਕਿਤ ਆਏ ਜਨਮ ਗਵਾਇਆ, ਕੀ ਕਰਨਾ ਅਸੀਂ ਇੱਥੇ ਬਈ। ਮਨਮੁਖ ਲਾਗੇ ਦੂਜੇ ਪਾਏ, ਕਿਤ ਆਏ ਜਨਮ ਗਵਾਏ, ਮਨਮੁਖ ਲਾਗੇ ਦੂਜੇ ਪਾਏ। ਇਹ ਵੇਲਾ ਫਿਰ ਹੱਥ ਨਾ ਆਵੇ, ਪੱਗ ਖਿਸਿਆਂ ਪਛਤਾਏ ਦਾ। ਹੁਣ ਜਿਹੜਾ ਸਮਾਂ ਹੈ ਇਹ ਮੁੜ ਕੇ ਮਨੁੱਖਾ ਜਨਮ ਦਾ ਹੱਥ 'ਚ ਨਹੀਂ ਆਉਂਦਾ। ਗੁਰੂ ਸਾਹਿਬ ਦਾ ਬਣ ਜਾ ਤੇ ਮਨਮੁਖ ਜਿਹੜਾ ਦੂਜੇ ਪਿਆਰ ਵਿੱਚ ਲੱਗਿਆ ਹੋਇਆ, ਜਿਨੀ ਐਸਾ ਹਰਨਾਮ ਨਾ ਚੇਤੇ ਉਸ ਕਾਹੇ ਆਏ ਜਗ ਰਾਮ ਰਾਜੇ। ਜੇ ਕੀ ਕਰਨਾ ਅਸੀਂ, ਮਾਨਸ ਜਨਮ ਦੁਲੰਭ ਹੈ, ਨਾਮ ਬਿਨਾ ਬਿਰਥਾ, ਸਭ ਬਿਰਥਾ ਜਾਏ, ਸਭ ਬਿਰਥਾ ਜਾਏ। ਆਹ ਦੁਲੰਭ ਵਸਤੂ ਸੀ, ਹੁਣ ਬੱਤੇ ਹਰਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਮਨੁੱਖਾ ਜਨਮ ਵਿੱਚ ਹੀ ਨਾਮ ਦਾ ਬੀਜ ਬੀਜਣਾ ਸੀ, ਇਹ ਖੁਰਾਕ ਨਾਲ ਲਿਜਾਣੀ ਸੀ, ਤੇ ਨਹੀਂ ਅੱਗੇ ਜਾ ਕੇ ਭੁੱਖਾ ਮਰੇਗਾ। ਅੰਦਰਲੇ ਦੀ ਭੁੱਖ ਬਾਹਰ ਦੇ ਚੀਜ਼ਾਂ ਨਾਲ ਇਹ ਨਹੀਂ ਨਾਲ ਜਾਣੀਆਂ, ਇਹਦੇ ਨਾਲ ਨਾ ਇੱਥੇ ਭੁੱਖ ਮਿਟੀ। ਅੰਦਰਲੇ ਦੀ ਨਾਮ ਨਾਲ ਭੁੱਖ ਬੀਜੀ, ਉਹਦੇ ਨਾਲ ਮਿਟਣੀ ਆ, ਤੇ ਉਹ ਨਾਲ ਜਾਣਾ ਹੈ, ਉਹਨੇ ਰੱਜ ਜਾਣਾ ਹੈ, ਉਹਨੇ ਰੱਜੇ ਨੇ ਜਾਣਾ, ਨਹੀਂ ਭੁੱਖਾ ਜਾਊ। ਮਨਮੁਖਾਂ ਨੂੰ ਫਿਰ ਜਨਮ ਹੈ ਨਾਨਕ ਹਰ ਪਾਏ। ਮੁੜ ਕੇ ਮਨਮੁਖ ਰਿਹਾ ਤਾਂ ਤੇਰਾ ਜਨਮ ਮਰਨ ਦਾ ਗੇੜ ਨਹੀਂ ਮੁੱਕਣਾ। ਤੇ ਸੱਚੇ ਪਾਤਸ਼ਾਹ ਜੀ ਇਹ ਸਾਰੀ ਦੁਨੀਆ ਮਾਰੇ ਨਹੀਂ ਕਿ ਇਵੇਂ ਪਾਉਂਦੀ ਆ ਵੀ ਇਹ ਹਜੇ ਧੱਕੇ ਖਾਣ ਦੇ ਅਜੇ, ਉਹਦੇ ਕੋਲ ਵਕਤ ਬਹੁਤ ਹੈ, ਉਹਨੂੰ ਕੋਈ ਫਰਕ ਨਹੀਂ ਪੈਂਦਾ ਬਈ ਕੋਈ ਲੱਗੇ ਨਾ ਲੱਗੇ ਜੀ। ਤੇ ਕਿਸੇ ਤੇ ਉਹ ਮਿਹਰ ਕਰਦਾ, ਉੱਤੋਂ ਨਦਰ ਕਰਦਾ ਹੈ ਤੇ ਆਪਦੀ ਸ਼ਰਨ 'ਚ ਲਿਆਉਂਦਾ ਤੇ ਉਹਨੂੰ ਸਮਝ ਬਖਸ਼ਦਾ ਹੈ, ਤੇ ਉਹਨੂੰ ਸਮਝ ਬਖਸ਼ ਕੇ ਆਪਦੇ ਲੜ ਲਾਉਂਦਾ ਹੈ, ਤੇ ਉਹਨੂੰ ਸਾਰਾ ਦਿਨ ਪਤਾ ਉਹਨੂੰ ਸਮਝ ਲਾਉਂਦਾ ਹੈ, ਤੇ ਉਹ ਤੋਂ ਨਾਮ ਜਪਾਉਂਦਾ ਹੈ, ਨਦਰ ਕਰਦਾ ਹੈ, ਤੇ ਉਹਨੂੰ ਚੰਗੇ ਲੱਗਦੇ ਆ। ਭਗਤੀ ਵਾਲਾ ਹੀ ਚੰਗਾ ਲੱਗਦਾ ਹੈ। ਗੋਬਿੰਦ ਭਾਉ ਭਗਤ ਦਾ ਭੁੱਖਾ ਹੈ, ਪ੍ਰੇਮਾ ਭਗਤੀ ਦਾ ਭੁੱਖਾ ਹੈ, ਉਹਨੂੰ ਬਹੁਤ ਪਿਆਰਾ ਲੱਗਦਾ ਉਸ ਗੁਰੂ ਦਾ ਪਿਆਰਾ, ਜਿਹੜਾ ਨਾ ਸਾਰਾ ਦਿਨ ਗੁਰੂ ਸਾਹਿਬ ਦੀ ਮਰਜ਼ੀ ਅਨੁਸਾਰ ਚੱਲਦਾ ਹੈ, ਨਾਮ ਜਪਦਾ ਹੈ, ਉਹਦਾ ਹੁਕਮ ਮੰਨਦਾ ਹੈ। ਉਹ ਮਾਇਆ ਦਾ ਬੰਦਾ ਨਹੀਂ ਰਿਹਾ ਹੁਣ, ਜਿਹਨੂੰ ਪਾਤਸ਼ਾਹ ਕਹਿੰਦੇ ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋੜ ਕੁਚੋਲਾ। ਮਾਇਆ ਧਾਰੀ ਨਹੀਂ ਰਿਹਾ ਉਹ, ਤੇ ਉਹ ਅੰਮ੍ਰਿਤਧਾਰੀ ਬਣ ਗਿਆ। ਉਲਟ ਮਾਇਆ ਦਾ ਪੁੱਤ ਨਹੀਂ ਰਿਹਾ ਉਹ, ਹਉਮੈ ਦਾ ਪੁੱਤ ਨਹੀਂ ਰਿਹਾ, ਬੰਦਾ ਨਹੀਂ ਰਿਹਾ, ਉਹ ਹੁਕਮੀ ਬੰਦਾ ਬਣ ਜਾਣਾ ਹੈ। ਹੁਕਮੀ ਬੰਦਾ, ਫਿਰ ਹੁਕਮੀ ਬੰਦੇ ਦੀ ਫਿਰ ਆਪਾਂ ਵਿਚਾਰ ਅੱਗੇ ਜਾਰੀ ਰੱਖਾਂਗੇ ਪਾਤਸ਼ਾਹ, ਜੇ ਇਹ ਆਪਾਂ ਨੂੰ ਸਮਝ ਲੱਗ ਜੇ ਪਾਤਸ਼ਾਹ। ਤੇ ਦੁੱਖ ਜਿਹੜੇ ਨੇ ਉਹ ਵਾਹਿਗੁਰੂ ਦੇ ਨਾਮ ਬੰਦਗੀ ਤੋਂ ਬਗੈਰ, ਮਹਾਰਾਜ ਨੇ ਕਿਹਾ ਕਦੇ ਇਹ ਤੇਰੇ ਸਾਈ ਜਿਹੜਾ ਸਾਰਿਆਂ ਰਿਜ਼ਲਟ ਕੱਢ ਦਿੱਤਾ, ਤੇ ਅਸੀਂ ਰੱਬ ਨੂੰ ਵਿਛੋੜਾ ਹੋ ਕੇ ਤੇ ਅਸੀਂ ਸਾਰਾ ਦਿਨ ਸਹਿਮੇ ਪਏ ਹਾਂ ਵੀ ਸਾਡਾ ਨਾ ਤਾਂ ਸਾਨੂੰ ਘਰ ਦੀਂਦਾ ਹੈ, ਨਾ ਆਪਣਾ ਬਾਪ ਦੀਂਦਾ, ਨਾ ਮਾਂ ਜੀ ਨੂੰ ਪਤਾ ਲੱਗਦਾ। ਤੇ ਪਾਤਸ਼ਾਹ ਹੀ ਸਾਨੂੰ ਮੁੜ ਕੇ ਇਹ ਸਾਰਾ ਕੁਛ ਘਰ-ਬਾਰ ਦਿਖਾਉਣਗੇ, ਨਹੀਂ ਤਾਂ ਸਾਨੂੰ ਪਤਾ ਹੀ ਨਹੀਂ ਅਸੀਂ ਕੀ। ਇਹ ਦੁਗਾਂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ। ਸੱਚੇ ਪਾਤਸ਼ਾਹ ਮਿਹਰ ਕਰੋ, ਤੁਸੀਂ ਬੜੀ ਮਿਹਰ ਕੀਤੀ ਹੈ, ਸਾਨੂੰ ਆਪਦੇ ਲੜ ਲਾਇਆ, ਸਾਡੇ ਤੇ ਬਖਸ਼ਿਸ਼ ਕੀਤੀ ਹੈ, ਨਾਮ ਦੀ ਦਾਤ ਦਿੱਤੀ ਹੈ। ਤੇ ਹੁਣ ਸਾਤੋਂ ਨਾ ਸੱਚੇ ਪਾਤਸ਼ਾਹ ਆਪ ਭਗਤੀ ਕਰਾਓ, ਆਪ ਬੰਦਗੀ ਕਰਾਓ। ਜੇ ਕਹੀਏ ਅਸੀਂ ਕਰ ਲਾਂਗੇ, ਨਹੀਂ ਪਾਤਸ਼ਾਹ ਤੁਸੀਂ ਮਿਹਰ ਕਰੋ ਸਾਨੂੰ। ਬਹੁਤ ਗੰਦਿਆਂ ਨੂੰ ਜੈਸੇ ਬਾਲਕ ਪਾਏ ਸੁਭਾਏ ਲੱਖ ਅਪਰਾਧ ਕਮਾਵੇ, ਉਹ ਸਾਡੀ ਹਾਲਤ ਹੈ। ਕਰ ਉਪਦੇਸ਼ ਝਿੜਕੇ ਬਹੁ ਪਾਤੀ, ਬਹੁੜ ਪਿਤਾ ਗਲ ਲਾਵੇ। ਤੇ ਤੂੰ ਬਾਪੂ ਆ ਸਾਡਾ, ਤੇ ਤੁਸੀਂ ਬਾਪੂ ਜੀ ਮੁੜ ਕੇ ਗਲ ਨਾ ਲਾ ਲਾ, ਪਿਛਲੇ ਔਗਣ ਬਖਸ਼ ਲਾ, ਪ੍ਰਭ ਆਗੇ ਮਾਰਗ ਪਾਵੇ। ਸਾਰੇ ਪਿਛਲੇ ਔਗਣ ਬਖਸ਼ ਲਾ ਸੱਚੇ ਪਾਤਸ਼ਾਹ। ਗਾਂ ਨੂੰ ਆਪ ਦਾ ਹੁਕਮੀ ਬੰਦਾ ਹੋ ਕੇ ਸਾਰਾ ਦਿਨ ਆਪ ਦੀ ਕਿਰਪਾ ਨਾਲ ਚਲਾ। ਮਿਹਰ ਕਰ, ਸਵਾਸ ਦੀ ਬੰਦਗੀ ਬਖਸ਼। ਭੁੱਲ ਚੁੱਕ ਦੀ ਮਾਫੀ, ਅੱਖਰ ਵਾਧਾ ਘਾਟਾ ਭੁੱਲ ਚੁੱਕ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।